ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਮੈਂ ਸਵਾਗਤ ਕਰਦੀ ਹਾਂ ਤੁਹਾਡਾ ਮੇਰੇ ਇਸ YouTube ਚੈਨਲ ਦੇ ਉੱਤੇ। ਇਸ ਚੈਨਲ ਦੇ ਉੱਤੇ ਅਸੀਂ ਸਟਾਰਟ ਕਰੀ ਹੋਈ ਹੈ ਜੀ ਇੰਡੀਅਨ ਪੋਲਿਟਿਕਸ ਦੀ ਸੀਰੀਜ਼, ਜੋ ਕਿ ਬਹੁਤ ਹੀ ਇੰਪੋਰਟੈਂਟ ਹੈ ਸਾਡੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਹੈ ਉਹਨਾਂ ਦੇ ਲਈ। ਚਾਹੇ ਤੁਸੀਂ SSC CGL ਦੀ ਗੱਲ ਕਰ ਲਓ, ਚਾਹੇ ਤੁਸੀਂ ਪੰਜਾਬ ਪੁਲਿਸ ਦੀ ਗੱਲ ਕਰ ਲਓ, ਕਾਂਸਟੇਬਲ ਦੀ ਗੱਲ ਕਰ ਲਓ, ਰਾਈਟ, SI ਦੀ ਗੱਲ ਕਰ ਲਓ, ਜਾਂ ਤੁਸੀਂ UPSC ਦੀ PCS ਲੈਵਲ ਦੀ ਗੱਲ ਕਰ ਲਓ, ਤਾਂ ਉਹਨਾਂ ਸਾਰੇ ਪੇਪਰਾਂ ਦੇ ਲਈ ਜਿਹੜੀ ਸਾਡੀ ਇੰਡੀਅਨ ਪੋਲਿਟੀ ਹੈ ਉਹ ਐਜ਼ ਅ ਸਬਜੈਕਟ ਬਹੁਤ ਇੰਪੋਰਟੈਂਸ ਰੱਖਦਾ ਹੈ। ਤਾਂ ਇਹਨੂੰ ਕਵਰ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਸਿਟੀਜ਼ਨਸ਼ਿਪ ਦੇ ਬਾਰੇ। ਠੀਕ ਹੈ, ਨਾਗਰਿਕਤਾ ਕੀ ਹੁੰਦੀ ਹੈ, ਕੌਣ ਦੇਸ਼ ਦਾ ਨਾਗਰਿਕ ਹੋ ਸਕਦਾ ਹੈ, ਨਾਗਰਿਕਤਾ ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਸੀਂ ਅੱਜ ਇਸ ਵੀਡੀਓ ਵਿੱਚ ਦੇਖਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ, ਅਗਰ ਤੁਸੀਂ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਜੀ, ਤਾਂ ਕਿ ਜਿਹੜੀਆਂ ਵੀ ਅਪਕਮਿੰਗ ਵੀਡੀਓਜ਼ ਆ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ। ਤੇ ਨਾਲ ਦੀ ਨਾਲ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ, ਤੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਵਿੱਚ ਸ਼ੇਅਰ ਕਰਿਓ ਜਿਨ੍ਹਾਂ ਨੂੰ ਇੰਡੀਅਨ ਪੋਲਿਟੀ ਹੈ ਜਿਹੜੀ ਉਹ ਔਖੀ ਲੱਗਦੀ ਹੈ ਤੇ ਉਹਨਾਂ ਨੂੰ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਸਮਝਣ ਦੀ ਲੋੜ ਹੈ। ਠੀਕ ਹੈ ਜੀ, ਤੋ ਚੱਲਦੇ ਹਾਂ, ਸਟਾਰਟ ਕਰਦੇ ਹਾਂ ਆਪਾਂ ਵੀਡੀਓ ਨੂੰ। ਤੇ ਵੀਡੀਓ ਦੇ ਵਿੱਚ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਉਹ ਹੈਗਾ ਸਿਟੀਜ਼ਨਸ਼ਿਪ, ਰਾਈਟ, ਔਰ ਨਾਗਰਿਕਤਾ। ਦੇਖੋ ਜੀ, ਜਿਹੜਾ ਸਾਡਾ ਇਹ ਸਿਟੀਜ਼ਨਸ਼ਿਪ ਹੈ, ਇਹ ਟੌਪਿਕ ਹੈ ਜਿਹੜਾ ਉਹ ਕਵਰ ਕੀਤਾ ਜਾਂਦਾ ਹੈ ਸਾਡੇ ਇੰਡੀਆ ਦੇ ਸੰਵਿਧਾਨ ਦੇ ਵਿੱਚ ਫਰੋਮ ਆਰਟੀਕਲ 5 to 11। ਜਿਹੜੇ ਆਰਟੀਕਲ 5 ਹੈ ਤੇ ਉਹ ਤੋਂ 11 ਤੱਕ ਜਿੰਨੇ ਵੀ ਆਰਟੀਕਲਸ ਆ, 5 ਤੋਂ 11 ਤੱਕ ਜਿੰਨੇ ਵੀ ਆਰਟੀਕਲਸ ਆ, ਉਹ ਸਾਰੇ ਕਵਰ ਕਰਦੀਆਂ ਇਸ ਟੌਪਿਕ ਨੂੰ, ਜੋ ਹੈ ਸਿਟੀਜ਼ਨਸ਼ਿਪ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਸਿਟੀਜ਼ਨ ਦਾ ਮਤਲਬ ਕੀ ਹੁੰਦਾ ਹੈ। ਸਿਟੀਜ਼ਨ ਨੂੰ ਅਸੀਂ ਪੰਜਾਬੀ ਦੇ ਵਿੱਚ ਬੋਲਦੇ ਹਾਂ ਨਾਗਰਿਕ। ਠੀਕ ਹੈ, ਨਾਗਰਿਕ ਕੌਣ ਹੁੰਦਾ ਹੈ, ਇੱਕ ਦੇਸ਼ ਦਾ ਨਾਗਰਿਕ ਕੌਣ ਹੁੰਦਾ ਹੈ। ਇਹ ਸਮਝਣ ਤੋਂ ਪਹਿਲਾਂ ਅਗਰ ਮੈਂ ਤੁਹਾਨੂੰ ਦੱਸਾਂ ਕਿ ਜਿਹੜੀ ਸਾਡੀ ਏਸ਼ੀਅੰਟ ਹਿਸਟਰੀ ਹੈ ਨਾ, ਉਹਦੇ ਵਿੱਚ ਅਸੀਂ ਇੱਕ ਵਰਡ ਦਾ ਯੂਜ਼ ਕਰਦੇ ਹਾਂ, ਜਨ। ਅਗਰ ਤੁਸੀਂ ਏਸ਼ੀਅਨ ਹਿਸਟਰੀ ਪੜ੍ਹੀ ਹੈ ਤਾਂ ਉਹਦੇ ਵਿੱਚ ਪੜ੍ਹਦੇ ਹਾਂ ਅਸੀਂ ਜਨ। ਜਨ ਦਾ ਮਤਲਬ ਏਸ਼ੀਅੰਟ ਇੰਡੀਆ ਦੇ ਵਿੱਚ ਕਿਹਾ ਜਾਂਦਾ ਸੀ ਪੀਪਲ, ਲੋਕ। ਜਿੰਨੇ ਵੀ ਲੋਕ ਸੀ ਉਹਨਾਂ ਨੂੰ ਜਨ ਬੋਲਿਆ ਜਾਂਦਾ ਸੀ। ਤਾਂ ਅਗਰ ਅਸੀਂ ਹੁਣ ਇੱਥੇ ਸਿਟੀਜ਼ਨ ਨੂੰ ਅਸੀਂ ਤੋੜੀਏ ਤਾਂ ਸਾਨੂੰ ਦੋ ਚੀਜ਼ਾਂ ਨਿਕਲਦੀਆਂ, ਇੱਕ ਸਾਡੇ ਕੋਲ ਨਿਕਲਦਾ ਸਿਟੀ ਔਰ ਇੱਕ ਸਾਡੇ ਕੋਲ ਨਿਕਲਦਾ ਜਨ। ਤਾਂ ਜਨ ਇਹੀ ਲੋਕ, ਰਾਈਟ। ਤਾਂ ਜਨ ਦਾ ਮਤਲਬ ਇੱਥੇ ਕੀ ਹੋ ਗਿਆ, ਲੋਕ। ਤਾਂ ਸਿਟੀ, ਜਨ। ਜਿਹੜੇ ਲੋਕ ਪੁਰਾਣੇ ਸਮੇਂ ਦੇ ਵਿੱਚ ਸਿਟੀਜ਼ ਦੇ ਵਿੱਚ ਰਹਿੰਦੇ ਸੀ, ਸ਼ਹਿਰਾਂ ਦੇ ਵਿੱਚ ਰਹਿੰਦੇ ਸੀ, ਉਹਨਾਂ ਲੋਕਾਂ ਨੂੰ ਬੋਲਦੇ ਸੀ ਸਿਟੀਜ਼ਨ। ਤਾਂ ਅਗਰ ਅਸੀਂ ਪਹਿਲਾਂ ਦੀ ਡੈਫੀਨੇਸ਼ਨ, ਪੁਰਾਣੀ ਡੈਫੀਨੇਸ਼ਨ ਨੂੰ ਦੇਖੀਏ ਤਾਂ ਉਸ ਟਾਈਮ ਉੱਤੇ ਸਿਟੀਜ਼ਨ ਉਹਨਾਂ ਲੋਕਾਂ ਨੂੰ ਬੋਲਿਆ ਜਾਂਦਾ ਸੀ ਜੋ ਸਿਟੀਜ਼ ਦੇ ਵਿੱਚ ਰਹਿੰਦੇ ਸੀ ਤੇ ਜਿਹੜੇ ਡਾਇਰੈਕਟਲੀ ਪਾਰਟਿਸਿਪੇਟ ਕਰਦੇ ਸੀ ਇਨ ਦਾ ਪੋਲੀਟੀਕਲ ਐਕਟੀਵਿਟੀਜ਼। ਬਟ ਅਗਰ ਅਸੀਂ ਅੱਜ ਦੇ ਸਮੇਂ ਦੇ ਵਿੱਚ ਦੇਖੀਏ, ਮਾਡਰਨ ਟਾਈਮਸ ਦੇ ਵਿੱਚ ਦੇਖੀਏ, ਅੱਜ ਸਿਟੀਜ਼ਨ ਦਾ ਮਤਲਬ ਕੀ ਹੈ? ਸਿਟੀਜ਼ਨ ਦਾ ਮਤਲਬ ਉਹ ਸਾਰੇ ਲੋਕ ਜਿਹੜੇ ਕਿ ਇੱਕ ਸਟੇਟ ਦੇ ਵਿੱਚ ਰਹਿ ਰਹੇ ਹੈ, ਇੱਕ ਸਟੇਟ ਦੇ ਮੈਂਬਰ ਹੈ। ਠੀਕ ਹੈ, ਨਾਲ ਦੀ ਨਾਲ ਉਹਨਾਂ ਕੋਲ ਸਿਵਲ ਅਤੇ ਪੋਲੀਟੀਕਲ ਰਾਈਟਸ ਆ। ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਅਸੀਂ ਸਮਝਦੇ ਸੀ ਇਨ ਦੀ ਏਸ਼ੀਅਨ ਟਾਈਮ ਕਿ ਸਿਟੀਜ਼ਨ ਉਹ ਪਰਸਨ ਹੈ ਜੋ ਡਾਇਰੈਕਟਲੀ ਪਾਰਟਿਸਿਪੇਟ ਕਰਦਾ ਪੋਲੀਟੀਕਲ ਐਕਟੀਵਿਟੀਜ਼ ਦੇ ਵਿੱਚ। ਬਟ ਅੱਜ ਦੇ ਸਮੇਂ ਦੇ ਵਿੱਚ ਸਿਟੀਜ਼ਨ ਉਹ ਸਾਰੇ ਲੋਕ ਆ, ਚਾਹੇ ਉਹ ਡਾਇਰੈਕਟਲੀ ਪਾਰਟਿਸਿਪੇਟ ਕਰ ਰਹੇ ਹੈ, ਚਾਹੇ ਉਹ ਇਨਡਾਇਰੈਕਟਲੀ ਪਾਰਟਿਸਿਪੇਟ ਕਰ ਰਹੇ ਹੈ, ਰਾਈਟ। ਤਾਂ ਜੋ ਵੀ ਲੋਕ ਚਾਹੇ ਡਾਇਰੈਕਟਲੀ ਚਾਹੇ ਇਨਡਾਇਰੈਕਟਲੀ ਪੋਲੀਟੀਕਲ ਐਕਟੀਵਿਟੀਜ਼ ਵਿੱਚ ਪਾਰਟਿਸਿਪੇਟ ਕਰ ਰਹੇ ਆ, ਉਹ ਸਾਰੇ ਹੋ ਜਾਂਦੇ ਆ ਜੀ ਸਿਟੀਜ਼ਨ। ਤਾਂ ਸਿਟੀਜ਼ਨ ਦਾ ਮਤਲਬ ਉਹ ਲੋਕ ਜੋ ਸਟੇਟ ਦੇ ਮੈਂਬਰ ਹੈ ਤੇ ਜਿਨ੍ਹਾਂ ਕੋਲ ਸਿਵਲ ਅਤੇ ਪੋਲੀਟੀਕਲ ਰਾਈਟਸ ਆ, ਤੇ ਸਟੇਟ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈ। ਠੀਕ ਹੈ, ਤੇ ਨਾਲ ਦੀ ਨਾਲ ਉਹ ਲੋਕ ਜਿਹੜੇ ਆ ਉਹ ਸਟੇਟ ਦੇ ਵਫਾਦਾਰ ਹੁੰਦੇ ਆ, ਰਾਈਟ। ਤਾਂ ਇਹ ਹੋ ਗਿਆ ਜੀ ਸਿਟੀਜ਼ਨ ਦਾ ਮੀਨਿੰਗ। ਤਾਂ ਨਾਗਰਿਕ ਕੌਣ ਹੋਇਆ? ਨਾਗਰਿਕ ਉਹ ਲੋਕ ਜਿਹੜੇ ਸਟੇਟ ਦੇ ਮੈਂਬਰ ਹੈ, ਨਾਲ ਦੀ ਨਾਲ ਉਹ ਪੱਕੇ ਤੌਰ 'ਤੇ ਉਸ ਜਗ੍ਹਾ 'ਤੇ ਰਹਿ ਰਹੇ ਹੈ ਅਤੇ ਉਹਨਾਂ ਕੋਲ ਕੁਛ ਰਾਈਟ ਆ। ਕਿਹੜੇ ਕਿਹੜੇ ਰਾਈਟ ਜੀ? ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ ਰਾਈਟਸ। ਅਤੇ ਉਹਨਾਂ ਦੇ ਕੁਛ ਫੰਡਾਮੈਂਟਲ ਰਾਈਟਸ ਉਹ ਅਸੀਂ ਪੜ੍ਹ ਲਏ। ਨਾਲ ਦੀ ਨਾਲ ਉਹਨਾਂ ਦੇ ਕੁਛ ਡਿਊਟੀਜ਼ ਵੀ ਬਣਦੀਆਂ ਸਟੇਟ ਨੂੰ ਲੈ ਕੇ, ਜਿੱਦਾਂ ਉਹਨਾਂ ਨੇ ਟੈਕਸ ਦੇਣਾ ਜੀ, ਕਰ ਪੇ ਕਰਨਾ ਸਰਕਾਰ ਨੂੰ। ਨਾਲ ਦੀ ਨਾਲ ਉਹਨਾਂ ਨੇ ਨੈਸ਼ਨਲ ਫਲੈਗ, ਜੋ ਸਾਡਾ ਰਾਸ਼ਟਰੀ ਝੰਡਾ ਹੈ, ਜੋ ਸਾਡਾ ਨੈਸ਼ਨਲ ਸੌਂਗ ਹੈ, ਜੋ ਸਾਡਾ ਨੈਸ਼ਨਲ ਐਂਥਮ ਹੈ, ਠੀਕ ਹੈ, ਤਾਂ ਇਹ ਸਾਰੀਆਂ ਚੀਜ਼ਾਂ ਦਾ ਉਹਨਾਂ ਨੇ ਧਿਆਨ ਰੱਖਣਾ, ਉਹਨਾਂ ਦੀ ਰਿਸਪੈਕਟ ਕਰਨੀ ਹੈ। ਠੀਕ ਹੈ, ਅਤੇ ਨਾਲ ਦੀ ਨਾਲ ਉਹ ਸਟੇਟ ਦੇ ਕੀ ਹੋਣਗੇ? ਵਫਾਦਾਰ ਹੋਣਗੇ। ਇਟ ਮੀਨਸ ਕਿ ਜਿਹੜਾ ਇੱਕ ਸਿਟੀਜ਼ਨ ਹੈ ਉਹ ਆਪਣੇ ਦੇਸ਼ ਦੇ ਖਿਲਾਫ ਜਾ ਕੇ ਕਿਸੇ ਹੋਰ ਕੰਟਰੀ ਨੂੰ ਆਪਣੇ ਦੇਸ਼ ਦੀ ਖੂਫੀਆ ਜਾਣਕਾਰੀ ਨਹੀਂ ਦੇ ਸਕਦਾ। ਠੀਕ ਹੈ ਜੀ, ਤਾਂ ਨਾਗਰਿਕ ਉਹੀ ਹੋਊਗਾ ਜੋ ਆਪਣੇ ਸਟੇਟ ਦਾ ਵਫਾਦਾਰ ਹੋਊਗਾ। ਤਾਂ ਇਹ ਸਾਰੀਆਂ ਫੀਚਰਸ ਹੈ ਇੱਕ ਸਿਟੀਜ਼ਨ ਦੀਆਂ। ਅਗਰ ਆਪਾਂ ਡੈਫੀਨੇਸ਼ਨ ਦੇਖੀਏ AACU ਦੇ ਅਕੋਰਡਿੰਗ, ਤਾਂ ਸਿਟੀਜ਼ਨ ਉਹ ਪਰਸਨ ਹੁੰਦਾ ਹੈ ਜਿਹੜਾ ਵਫਾਦਾਰ ਹੁੰਦਾ ਸਟੇਟ ਦਾ, ਅਤੇ ਨਾਲ ਦੀ ਨਾਲ ਉਹਦੇ ਕੋਲ ਸਿਵਲ ਅਤੇ ਪੋਲੀਟੀਕਲ ਰਾਈਟਸ ਹੁੰਦੇ ਆ, ਅਤੇ ਉਹ ਇੰਸਪਾਇਰਡ ਹੁੰਦਾ ਕਿ ਉਹ ਇਸ ਕਮਿਊਨਿਟੀ ਨੂੰ, ਉਸ ਸੁਸਾਇਟੀ ਨੂੰ ਕੀ ਕਰੂਗਾ? ਸਰਵ ਕਰੂਗਾ, ਉਹਦੀ ਸੇਵਾ ਕਰੂਗਾ। ਠੀਕ ਹੈ ਜੀ, ਤਾਂ ਇਹ ਹੋਇਆ ਨਾਗਰਿਕ। ਹੁਣ ਜੇ ਆਪਾਂ ਗੱਲ ਕਰੀਏ, ਇੱਕ ਜਗ੍ਹਾ ਦੇ ਉੱਤੇ ਜਾਂ ਇੱਕ ਦੇਸ਼ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਪਾਏ ਜਾਂਦੇ ਆ। ਇੱਕ ਹੁੰਦੇ ਆ ਸਿਟੀਜ਼ਨ ਅਤੇ ਦੂਜੇ ਹੁੰਦੇ ਆ ਏਲੀਅਨਸ। ਠੀਕ ਹੈ, ਸਿਟੀਜ਼ਨਸ ਦਾ ਮਤਲਬ ਕੀ ਹੁੰਦਾ? ਉਹ ਅਸੀਂ ਹੁਣੇ ਦੇਖ ਕੇ ਹਟੇ ਹਾਂ। ਸਿਟੀਜ਼ਨ ਦਾ ਮਤਲਬ ਉਹ ਲੋਕ ਜਿਹੜੇ
ਇੱਕ ਰਾਜ ਦੇ ਫੁੱਲ ਮੈਂਬਰ ਹੁੰਦੇ ਆ ਤੇ ਉਸ ਰਾਜ ਦੇ ਵਫਾਦਾਰ ਹੁੰਦੇ ਆ ਤੇ ਨਾਲ ਦੇ ਨਾਲ ਉਹਨਾਂ ਕੋਲ ਕੁਝ ਸਿਵਲ ਅਤੇ ਪੋਲੀਟੀਕਲ ਰਾਈਟਸ ਹੁੰਦੇ ਆ। ਠੀਕ ਹੈ, ਕੁਝ ਉਹਨਾਂ ਕੋਲ ਸੋਸ਼ਲ ਅਤੇ ਰਾਜਨੀਤਿਕ ਜਿਹੜੇ ਉਹ ਰਾਈਟਸ ਹੁੰਦੇ ਆ। ਬਟ ਜਿਹੜੇ ਏਲੀਅਨਸ ਹੁੰਦੇ ਆ ਨਾ ਉਹ ਬਿਲਕੁਲ ਆਪੋਜ਼ਿਟ ਹੁੰਦੇ ਆ ਸਿਟੀਜ਼ਨਸ ਤੋਂ। ਤਾਂ ਏਲੀਅਨਸ ਉਹ ਸਾਰੇ ਲੋਕ, ਹੁਣ ਤੁਸੀਂ ਕਹੋਗੇ ਜੀ ਏਲੀਅਨਸ ਕਿਹੜੇ ਆ ਜੀ? ਏਲੀਅਨਸ ਇੱਥੇ ਆਪਾਂ ਸਪੇਸਸ਼ਿਪ ਵਾਲੇ ਏਲੀਅਨਸ ਦੀ ਗੱਲ ਨਹੀਂ ਕਰ ਰਹੇ, ਇੱਥੇ ਏਲੀਅਨਸ ਦਾ ਮਤਲਬ ਹੈ ਫੋਰਨਰਸ, ਜਾਂ ਆਪਾਂ ਪੰਜਾਬੀ 'ਚ ਇਹਨੂੰ ਦੱਸੀਏ ਤਾਂ ਇਹ ਹੁੰਦੇ ਆ ਜੀ ਵਿਦੇਸ਼ੀ। ਉਹ ਸਾਰੇ ਲੋਕ ਜੋ ਵਿਦੇਸ਼ਾਂ ਤੋਂ ਆਏ ਹੋਏ ਆ ਉਹਨਾਂ ਨੂੰ ਅਸੀਂ ਬੋਲਦੇ ਆ ਏਲੀਅਨਸ। ਹੁਣ ਇਹ ਏਲੀਅਨਸ ਵੀ ਦੋ ਤਰ੍ਹਾਂ ਦੇ ਹੋ ਸਕਦੇ ਆ, ਇੱਕ ਹੁੰਦੇ ਆ ਫਰੈਂਡਲੀ ਏਲੀਅਨਸ ਤੇ ਇੱਕ ਹੁੰਦੇ ਆ ਐਨੀਮੀ ਏਲੀਅਨਸ। ਫਰੈਂਡਲੀ ਏਲੀਅਨਸ ਕਿਹੜੇ ਹੋਣਗੇ? ਉਹ ਦੇਸ਼ ਜਿਨ੍ਹਾਂ ਦੇ ਨਾਲ ਭਾਰਤ ਦੇ ਮਿੱਤਰਤਾਪੂਰਨ ਸੰਬੰਧ ਹੈ, ਤਾਂ ਉਹਨਾਂ ਦੇਸ਼ਾਂ ਦੇ ਜਿਹੜੇ ਨਾਗਰਿਕ ਹੋਣਗੇ ਉਹ ਸਾਡੇ ਕੀ ਹੋਣਗੇ? ਫਰੈਂਡਲੀ ਏਲੀਅਨਸ ਹੋਣਗੇ। ਠੀਕ ਹੈ, ਅਗਰ ਆਪਾਂ ਐਨੀਮੀ ਏਲੀਅਨਸ ਦੀ ਗੱਲ ਕਰੀਏ ਤਾਂ ਇਟ ਮੀਨਸ ਉਹ ਦੇਸ਼ ਜਿਨ੍ਹਾਂ ਦੇ ਨਾਲ ਭਾਰਤ ਦੀ ਲੜਾਈ ਲੱਗੀ ਹੋਈ ਹੈ। ਠੀਕ ਹੈ, ਭਾਰਤ ਦੀ ਲੜਾਈ ਸਪੋਜ਼ ਕਰੋ ਕਿਸੇ ਕੰਟਰੀ ਨਾਲ ਲੱਗ ਜਾਂਦੀ ਹੈ। ਠੀਕ ਹੈ, ਤਾਂ ਉਸ ਕੰਟਰੀ ਦੇ ਨਾਲ, ਜਿਸ ਕੰਟਰੀ ਦੇ ਨਾਲ ਭਾਰਤ ਦੀ ਲੜਾਈ ਲੱਗੀ ਹੋਈ ਹੈ, ਉਸ ਕੰਟਰੀ ਤੋਂ ਜਿੰਨੇ ਵੀ ਲੋਕ ਆਉਣਗੇ ਜਾਂ ਉਸ ਕੰਟਰੀ ਨੂੰ ਜਿੰਨੇ ਵੀ ਲੋਕ ਬਿਲੋਂਗ ਕਰਨਗੇ ਉਹ ਸਾਰੇ ਹੋਣਗੇ ਜੀ ਸਾਡੇ ਲਈ ਐਨੀਮੀ ਏਲੀਅਨਸ। ਤਾਂ ਜਿਨ੍ਹਾਂ ਦੇ ਨਾਲ ਸਾਡੇ ਮਿੱਤਰਤਾਪੂਰਨ ਸੰਬੰਧ ਹੈ, ਅਗਰ ਉਸ ਕੰਟਰੀ ਤੋਂ ਜਿਹੜੇ ਲੋਕ ਬਿਲੋਂਗ ਕਰਦੇ ਆ ਉਹ ਹੋਣਗੇ ਜੀ ਸਾਡੇ ਫਰੈਂਡਲੀ ਏਲੀਅਨਸ, ਔਰ ਜਿਨ੍ਹਾਂ ਨਾਲ ਭਾਰਤ ਦੀ ਲੜਾਈ ਲੱਗੀ ਹੋਈ ਹੈ ਉਹ ਕੰਟਰੀ ਤੋਂ ਜਿਹੜੇ ਲੋਕ ਆਉਣਗੇ ਉਹ ਹੋਣਗੇ ਜੀ ਐਨੀਮੀ ਏਲੀਅਨਸ। ਠੀਕ ਹੈ ਜੀ, ਮੈਨੂੰ ਲੱਗਦਾ ਕਿ ਤੁਹਾਨੂੰ ਇਹਨਾਂ ਦੋਹਾਂ ਦੇ ਜਿਹੜਾ ਡਿਫਰੈਂਸ ਸਮਝ ਲੱਗ ਗਿਆ ਹੋਊਗਾ। ਅਗਰ ਨਹੀਂ ਸਮਝ ਲੱਗਿਆ ਤਾਂ ਅਸੀਂ ਥੋੜ੍ਹਾ ਜਿਹਾ ਹੋਰ ਡਿਟੇਲ ਵਿੱਚ ਦੇਖਦੇ ਹਾਂ ਕਿ ਸਿਟੀਜ਼ਨ ਅਤੇ ਏਲੀਅਨਸ ਹੁੰਦੇ ਕੌਣ ਹੈ। ਸਿਟੀਜ਼ਨ ਆਪਾਂ ਗੱਲ ਕਰੀਏ ਕਿ ਸਿਟੀਜ਼ਨ ਕੀ ਹੁੰਦਾ ਹੈ? ਉਸ ਦੇਸ਼ ਦਾ ਮੈਂਬਰ ਹੁੰਦਾ ਹੈ। ਠੀਕ ਹੈ, ਇੱਕ ਨਾਗਰਿਕ ਜਿਹੜਾ ਹੁੰਦਾ ਹੈ ਉਹ ਉਸ ਦੇਸ਼ ਦਾ ਮੈਂਬਰ ਹੁੰਦਾ ਹੈ। ਪਰ ਜਿਹੜਾ ਏਲੀਅਨ ਹੁੰਦਾ ਹੈ ਉਹ ਉਸ ਦੇਸ਼ ਦਾ, ਜਿਸ ਦੇਸ਼ ਦੀ ਆਪਾਂ ਗੱਲ ਕਰ ਰਹੇ ਹਾਂ, ਸਪੋਜ਼ ਕਰੋ ਕਿ ਆਪਾਂ ਗੱਲ ਕਰ ਰਹੇ ਹਾਂ ਭਾਰਤ ਦੀ, ਜਿੰਨੇ ਲੋਕ ਹੈ ਭਾਰਤ ਦੇ ਸਿਟੀਜ਼ਨ ਹੈ ਉਹ ਭਾਰਤ ਦੇ ਮੈਂਬਰ ਹੈ। ਠੀਕ ਹੈ, ਬਟ ਜਿਹੜੇ ਲੋਕ ਭਾਰਤ ਦੇ ਮੈਂਬਰ ਹੈ ਨਹੀਂ ਤਾਂ ਉਹ ਕਿਆ ਹੋ ਗਏ? ਉਹ ਹੋ ਗਏ ਜੀ ਏਲੀਅਨ। ਠੀਕ ਹੈ, ਤਾਂ ਜਿਹੜੇ ਲੋਕ ਭਾਰਤ ਦੇ ਮੈਂਬਰ ਹੈ ਨਹੀਂ, ਇੰਡੀਆ ਦੇ ਮੈਂਬਰ ਹੈ ਨਹੀਂ, ਉਹ ਹੋ ਗਏ ਏਲੀਅਨ, ਔਰ ਜਿਹੜੇ ਲੋਕ ਭਾਰਤ ਦੇ ਮੈਂਬਰ ਹੈਗੇ ਆ ਉਹ ਹੋ ਗਏ ਭਾਰਤ ਦੇ ਨਾਗਰਿਕ। ਹੁਣ ਜਿਹੜਾ ਭਾਰਤ ਦਾ ਨਾਗਰਿਕ ਹੈ ਉਹਦਾ ਇੱਕ ਪਰਮਾਨੈਂਟ ਰੈਜ਼ੀਡੈਂਸ ਹੁੰਦਾ, ਉਹ ਪੱਕੇ ਤੌਰ 'ਤੇ ਭਾਰਤ ਦੇ ਵਿੱਚ ਹੀ ਰਹਿੰਦਾ ਹੋਊਗਾ। ਜਿਹੜਾ ਏਲੀਅਨ ਹੁੰਦਾ ਹੈ ਉਹ ਉਸ ਕੋਲ ਇਹ ਰਾਈਟ ਨਹੀਂ ਹੁੰਦਾ, ਉਹਦੇ ਕੋਲ ਭਾਰਤ ਵਿੱਚ ਪੱਕੇ ਤੌਰ 'ਤੇ ਰਹਿਣ ਦਾ ਰਾਈਟ ਹੈ ਜਿਹੜਾ ਉਹ ਨਹੀਂ ਹੁੰਦਾ। ਉਹ ਆ ਜਾ ਸਕਦਾ ਐਜ਼ ਅ ਟੂਰਿਸਟਰ ਆ, ਜਿਹੜਾ ਉਹ ਘੁੰਮ ਸਕਦਾ ਦੇਸ਼ ਵਿੱਚ ਆ ਕੇ, ਬਟ ਉਹ ਪੱਕੀ ਤੌਰ 'ਤੇ ਇੰਡੀਆ ਵਿੱਚ ਨਹੀਂ ਰਹਿ ਸਕਦਾ। ਇੱਕ ਹੋਰ ਜਿਹੜਾ ਡਿਫਰੈਂਸ ਆ ਉਹ ਇਹ ਹੈ ਕਿ ਜਿਹੜੇ ਸਿਟੀਜ਼ਨਸ ਹੁੰਦੇ ਆ ਨਾ ਇਹਨਾਂ ਕੋਲ ਪੋਲੀਟੀਕਲ ਰਾਈਟਸ ਹੁੰਦੇ ਆ। ਹੁਣ ਤੁਸੀਂ ਕਹੋਗੇ ਪੋਲੀਟੀਕਲ ਰਾਈਟਸ ਕੀ ਹੈ? ਪੋਲੀਟੀਕਲ ਰਾਈਟ ਦਾ ਮਤਲਬ ਵੋਟ ਪਾਉਣ ਦਾ ਅਧਿਕਾਰ, ਵੋਟਾਂ ਵਿੱਚ ਖੜੇ ਹੋਣ ਦਾ ਅਧਿਕਾਰ। ਠੀਕ ਹੈ ਜੀ, ਪਬਲਿਕ ਆਫਿਸਿਸ, ਗਵਰਨਮੈਂਟ ਆਫਿਸਿਸ, ਜਾਂ ਕਹਿ ਲਓ ਸਰਕਾਰੀ ਨੌਕਰੀਆਂ ਉੱਤੇ ਬੈਠਣ ਦਾ ਅਧਿਕਾਰ। ਤਾਂ ਇਹ ਜਿਹੜੇ ਪੋਲੀਟੀਕਲ ਰਾਈਟਸ ਆ ਇਹ ਸਿਰਫ ਔਰ ਸਿਰਫ ਕਿਹਨਾਂ ਨੂੰ ਮਿਲਦੇ ਆ? ਨਾਗਰਿਕ ਨੂੰ ਮਿਲਦੇ ਆ। ਇਹ ਜਿਹੜੇ ਰਾਈਟਸ ਆ ਪੋਲੀਟੀਕਲ ਰਾਈਟਸ, ਚਾਹੇ ਤੁਸੀਂ ਸਿਵਲ ਰਾਈਟਸ ਦੀ ਗੱਲ ਕਰ ਲਓ, ਪੋਲੀਟੀਕਲ ਰਾਈਟਸ ਦੀ ਗੱਲ ਕਰ ਲਓ, ਜਿਹੜੇ ਇਹ ਅਧਿਕਾਰ ਹੈ ਇਹ ਸਿਰਫ ਔਰ ਸਿਰਫ ਦੇਸ਼ ਦੇ ਨਾਗਰਿਕਾਂ ਨੂੰ ਦਿੱਤੇ ਜਾਂਦੇ ਆ। ਇਹ ਬਾਹਰਲੀ ਕੰਟਰੀਜ਼ ਤੋਂ ਜਿਹੜੇ ਆਏ ਹੋਏ ਲੋਕ ਆ, ਵਿਦੇਸ਼ੀ ਦੇਸ਼ਾਂ ਤੋਂ ਜਿਹੜੇ ਲੋਕ ਆਏ ਹੋਏ ਆ ਉਹਨਾਂ ਨੂੰ ਨਹੀਂ ਮਿਲਦੇ। ਔਰ ਜਿਹੜਾ ਏਲੀਅਨ ਹੁੰਦਾ ਨਾ ਉਹ ਆਪਣੇ ਦੇਸ਼ ਦਾ ਵਫਾਦਾਰ ਹੋਊਗਾ, ਨਾ ਕਿ ਦੂਜੀ ਕੰਟਰੀ ਦਾ। ਠੀਕ ਹੈ, ਚਾਹੇ ਇਹ ਜਿਸ ਮਰਜ਼ੀ ਕੰਟਰੀ 'ਚ ਰਹਿੰਦਾ ਹੋਵੇ, ਪਰ ਜਿਹੜੀ ਕੰਟਰੀ ਤੋਂ ਅਸਲ ਦੇ ਵਿੱਚ ਇਹ ਹੈਗਾ ਨਾ, ਬਿਲੋਂਗ ਕਰਦਾ, ਇਹ ਉਸੇ ਕੰਟਰੀ ਦਾ ਵਫਾਦਾਰ ਹੁੰਦਾ ਏ। ਅਤੇ ਜਿਹੜੇ ਆਪਣੇ ਕੋਲ ਫੋਰਨਰਸ ਹੁੰਦੇ ਆ ਨਾ, ਉਹ ਵਾਰ ਦੇ ਟਾਈਮ ਦੇ ਉੱਤੇ ਜਦੋਂ ਜੰਗ ਲੱਗਦੀ ਹੈ ਤਾਂ ਜਿਸ ਦੇਸ਼ ਦੇ ਵਿੱਚ ਉਹ ਰਹਿ ਰਹੇ ਹੁੰਦੇ ਆ ਉਸ ਦੇਸ਼ ਨੂੰ ਛੱਡ ਕੇ ਚੱਲ ਜਾਂਦੇ ਆ। ਇਟ ਮੀਨਸ ਜਿਹੜੇ ਵਿਦੇਸ਼ੀ ਆ ਉਹ ਆਪਣੇ ਦੇਸ਼ ਦੇ ਵਿੱਚ ਵਾਪਸ ਚਲੇ ਜਾਣਗੇ, ਜਦ ਕਿ ਜਿਹੜਾ ਸਿਟੀਜ਼ਨ ਹੈ ਉਹ ਉਸੇ ਦੇਸ਼ ਦੇ ਵਿੱਚ ਰਹੂਗਾ। ਹੁਣ ਇਨ ਟਾਈਮ ਆਫ ਵਾਰ ਮਿਲਟਰੀ ਸਰਵਿਸਿਜ਼ ਕੈਨ ਬੀ ਮੇਡ ਕੰਪਲਸਰੀ ਫॉर द ਸਿਟੀਜ਼ਨਸ। ਜਿਹੜੇ ਇੱਥੋਂ ਦੇ ਨਾਗਰਿਕ ਹੈ, ਜਿਹੜੇ ਇੱਕ ਦੇਸ਼ ਦੇ ਨਾਗਰਿਕ ਹੈ, ਉਹਨਾਂ ਨੂੰ ਡਿਫੈਂਸ ਦੇ ਲਈ ਜਾਣਾ ਪੈਂਦਾ ਅਗਰ ਕੋਈ ਜੰਗ ਲੱਗਦੀ ਹੈ, ਅਗਰ ਕੋਈ ਜਿਹੜੀ ਵਾਰ ਹੈ ਉਹ ਇਨੀਸ਼ੀਏਟ ਹੁੰਦੀ ਹੈ। ਬਟ ਜਿਹੜੇ ਫੋਰਨਰਸ ਹੈ ਉਹਨਾਂ ਨੂੰ ਇਹ ਅਧਿਕਾਰ ਨਹੀਂ ਮਿਲਦਾ। ਔਰ ਜਿਹੜਾ ਆਪਣੇ ਕੋਲ ਸਟੇਟਸ ਹੈ, ਜਿਹੜਾ ਆਪਣੇ ਕੋਲ ਦਰਜਾ ਦਿੱਤਾ ਗਿਆ ਇੱਕ ਸਿਟੀਜ਼ਨ ਨੂੰ, ਉਹ ਉੱਚਾ ਦਰਜਾ ਦਿੱਤਾ ਗਿਆ ਦੈਨ ਦੀ ਏਲੀਅਨ। ਸੁਪੀਰੀਅਰ ਦਾ ਮਤਲਬ ਹੁੰਦਾ ਉੱਚ ਦਰਜਾ ਦਿੱਤਾ ਗਿਆ ਸਿਟੀਜ਼ਨ ਨੂੰ ਦੈਨ ਦੀ ਏਲੀਅਨ। ਏਲੀਅਨ ਨੂੰ ਇੰਨੇ ਵਧੀਆ ਰੈਂਕ 'ਤੇ ਨਹੀਂ ਮੰਨਿਆ ਜਾਂਦਾ ਜਿੰਨਾ ਉਸ ਦੇਸ਼ ਦੇ ਸਿਟੀਜ਼ਨ ਨੂੰ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਅਸੀਂ ਦੇਖਿਆ ਸਿਟੀਜ਼ਨ ਅਤੇ ਏਲੀਅਨ ਦੇ ਵਿੱਚ ਡਿਫਰੈਂਸ। ਹੁਣ ਅਸੀਂ ਦੇਖਾਂਗੇ ਸਿਟੀਜ਼ਨ ਦੇ ਬਾਰੇ। ਸਿਟੀਜ਼ਨ ਅਸੀਂ ਪੜ੍ਹਿਆ
ਕਿ ਮੈਂਬਰ ਹੁੰਦਾ ਸਟੇਟ ਦਾ, ਉਹ ਪੱਕੇ ਤੌਰ 'ਤੇ ਉਸ ਰਾਜ ਦੇ ਵਿੱਚ, ਉਸ ਸਟੇਟ ਦੇ ਵਿੱਚ ਰਹਿ ਰਿਹਾ ਹੁੰਦਾ, ਰਾਈਟ। ਉਹਦੇ ਕੋਲ ਕੁਝ ਪੋਲੀਟੀਕਲ ਅਤੇ ਸਿਵਲ ਰਾਈਟਸ ਹੁੰਦੇ ਆ, ਜਦ ਕਿ ਏਲੀਅਨਸ ਕੋਲ ਇਹ ਨਹੀਂ ਹੁੰਦੀ। ਅਗਰ ਆਪਾਂ ਸਿਟੀਜ਼ਨ ਦੀ ਗੱਲ ਕਰੀਏ ਨਾ, ਸਿਟੀਜ਼ਨ ਵੀ ਦੋ ਤਰੀਕਿਆਂ ਦੇ ਹੋ ਸਕਦੇ ਆ। ਕੁਝ ਹੁੰਦੇ ਆ ਨੈਚੁਰਲ ਬੌਰਨ ਸਿਟੀਜ਼ਨ ਔਰ ਕੁਝ ਹੁੰਦੇ ਨੈਚੁਰਲਾਈਜ਼ ਸਿਟੀਜ਼ਨ। ਜੇ ਆਪਾਂ ਨੈਚੁਰਲਾਈਜ਼ ਸਿਟੀਜ਼ਨ ਨੂੰ ਦੇਖੀਏ, ਇਹਦਾ ਮਤਲਬ ਉਹ ਸਾਰੇ ਲੋਕ ਜਿਹੜੇ ਕਿ ਉਸ ਦੇਸ਼ ਦੇ ਵਿੱਚ ਜੰਮੇ ਨਹੀਂ, ਬਟ ਫਿਰ ਵੀ ਉਹਨਾਂ ਨੂੰ ਉਸ ਦੇਸ਼ ਦੀ ਨਾਗਰਿਕਤਾ ਮਿਲਦੀ ਹੈ। ਇਹਦਾ ਮਤਲਬ ਕਿ ਕੁਝ ਕੰਡੀਸ਼ਨਸ ਨੂੰ ਪੂਰਾ ਕਰਨ ਤੋਂ ਬਾਅਦ ਜਦੋਂ ਤੁਹਾਨੂੰ ਉਸ ਦੇਸ਼ ਦੀ ਨਾਗਰਿਕਤਾ ਮਿਲਦੀ ਹੈ, ਤੁਸੀਂ ਉਸ ਦੇਸ਼ ਦੇ ਜੰਮਪਲ ਨਹੀਂ ਹੈਗੇ, ਤੁਸੀਂ ਉਸ ਦੇਸ਼ ਵਿੱਚ ਜੰਮੇ ਨਹੀਂ, ਬਟ ਫਿਰ ਵੀ ਤੁਹਾਨੂੰ ਅਗਰ ਕਿਸੇ ਦੇਸ਼ ਦੀ ਜਿਹੜੀ ਨਾਗਰਿਕਤਾ ਮਿਲਦੀ ਹੈ ਤਾਂ ਤੁਸੀਂ ਬਣ ਜਾਂਦੇ ਹੋ ਨੈਚੁਰਲਾਈਜ਼ ਸਿਟੀਜ਼ਨ। ਜਦੋਂ ਕਿ ਜਿਹੜੇ ਨੈਚੁਰਲ ਬੌਰਨ ਸਿਟੀਜ਼ਨ ਹੁੰਦੇ ਆ, ਇਹ ਉਹ ਲੋਕ ਹੁੰਦੇ ਆ ਜਿਹੜੇ ਉਸ ਦੇਸ਼ ਦੇ ਵਿੱਚ ਜੰਮੇ ਹੁੰਦੇ ਆ। ਜਦੋਂ ਜਨਮ ਦੇ ਆਧਾਰ 'ਤੇ ਸਿਟੀਜ਼ਨਸ਼ਿਪ ਦਿੱਤੀ ਜਾਂਦੀ ਹੈ ਤਾਂ ਉਸ ਕੇਸ ਦੇ ਵਿੱਚ ਪਰਸਨ ਨੂੰ ਬੋਲਿਆ ਜਾਂਦਾ ਨੈਚੁਰਲੀ ਬੌਰਨ ਸਿਟੀਜ਼ਨ। ਹੁਣ ਇਹ ਵੀ ਦੋ ਤਰੀਕਿਆਂ ਨਾਲ ਹੋ ਸਕਦੀ ਹੈ। ਦੇਖੋ, ਦੋ ਪ੍ਰਿੰਸੀਪਲ ਹੈ ਜਿਹੜੇ ਇੱਥੇ ਲਾਗੂ ਹੁੰਦੇ ਆ, ਇੱਕ ਹੁੰਦਾ ਪ੍ਰਿੰਸੀਪਲ ਆਫ ਸੋਇਲ ਤੇ ਇੱਕ ਹੁੰਦਾ ਪ੍ਰਿੰਸੀਪਲ ਆਫ ਬਰਥ। ਹੁਣ ਇਹ ਦੋ ਸਿਧਾਂਤ ਕੀ ਕਹਿੰਦੇ ਆ? ਦੇਖੋ, ਸੋਇਲ ਦਾ ਜਿਹੜਾ ਸਿਧਾਂਤ ਹੈ ਨਾ, ਉਹ ਇਹ ਕਹਿੰਦਾ ਕਿ ਤੁਸੀਂ ਜਿਸ ਮਿੱਟੀ 'ਤੇ ਜੰਮੇ ਹੋ, ਜਿਸ ਜਗ੍ਹਾ 'ਤੇ, ਜਿਸ ਕੰਟਰੀ ਵਿੱਚ ਤੁਹਾਡਾ ਜਨਮ ਹੋਇਆ ਹੈ, ਤਾਂ ਤੁਸੀਂ ਉਸ ਦੇਸ਼ ਦੇ ਨਾਗਰਿਕ ਬਣ ਜਾਂਦੇ ਹੋ। ਇਹ ਮੈਟਰ ਨਹੀਂ ਕਰਦਾ ਕਿ ਤੁਹਾਡੇ ਮਾਤਾ ਪਿਤਾ ਦੀ ਨਾਗਰਿਕਤਾ ਕਿਹੜੀ ਹੈ। ਜਿਸ ਜਗ੍ਹਾ ਦੇ ਉੱਤੇ ਤੁਸੀਂ ਜੰਮ ਗਏ, ਠੀਕ ਹੈ, ਤਾਂ ਤੁਸੀਂ ਉਸ ਦੇਸ਼ ਦੇ ਕੀ ਬਣ ਗਏ? ਨਾਗਰਿਕ ਬਣ ਗਏ। ਜਦੋਂ ਕਿ ਜਿਹੜਾ ਇਹ ਬਲੱਡ ਵਾਲਾ ਸਿਧਾਂਤ ਹੈ, ਇਹਦੇ ਵਿੱਚ ਲਿਖਿਆ ਹੋਇਆ ਤੁਸੀਂ ਕਿਸੇ ਵੀ ਕੰਟਰੀ ਵਿੱਚ ਜੰਮੇ ਹੋ, ਤੁਸੀਂ ਉਸ ਦੇਸ਼ ਦੇ ਨਾਗਰਿਕ ਨਹੀਂ ਬਣਦੇ, ਤੁਸੀਂ ਸਮਾਂ 'ਤੇ ਉਹ ਕੰਟਰੀ ਦੇ ਨਾਗਰਿਕ ਹੁੰਦੇ ਆ ਜੋ ਤੁਹਾਡੇ ਪੇਰੈਂਟਸ ਦੀ ਨਾਗਰਿਕਤਾ ਹੁੰਦੀ ਹੈ। ਇਟ ਮੀਨਸ ਕਿ ਜਿਹੜੀ ਤੁਹਾਡੇ ਮਾਂ-ਬਾਪ ਦੀ ਨਾਗਰਿਕਤਾ ਹੈ, ਉਹੀ ਨਾਗਰਿਕਤਾ ਤੁਹਾਨੂੰ ਮਿਲੂਗੀ, ਬਜਾਏ ਇਸ ਦੇ ਕਿ ਤੁਸੀਂ ਕਿਸੇ ਵੀ ਕੰਟਰੀ ਵਿੱਚ ਜੰਮੇ ਹੋਵੋ। ਠੀਕ ਹੈ ਜੀ। ਤਾਂ ਜਿਹੜਾ ਇੰਡੀਆ ਹੈ, ਭਾਰਤ ਦੇ ਵਿੱਚ ਪ੍ਰਿੰਸੀਪਲ ਆਫ ਬਲੱਡ ਹੈ ਜਿਹੜਾ, ਇਹਨੂੰ ਫੋਲੋ ਕੀਤਾ ਜਾਂਦਾ ਹੈ। ਠੀਕ ਹੈ ਜੀ। ਹੁਣ ਅਸੀਂ ਡਿਸਕਸ ਕਰ ਲਿਆ ਸਿਟੀਜ਼ਨ ਕੀ ਹੁੰਦਾ ਹੈ, ਉਹਦਾ ਅਸੀਂ ਮੀਨਿੰਗ ਦੇਖ ਲਿਆ ਬਹੁਤ ਚੰਗੇ ਤਰੀਕੇ ਨਾਲ। ਫਿਰ ਵਿਦੇਸ਼ੀ ਲੋਕ ਕਿਹੜੇ ਹੁੰਦੇ ਆ, ਕਿੰਨੇ ਤਰ੍ਹਾਂ ਦੇ ਹੁੰਦੇ ਆ, ਉਹ ਵੀ ਅਸੀਂ ਦੇਖ ਲਏ। ਨਾਲ ਦੀ ਨਾਲ ਅਸੀਂ ਇਹ ਵੀ ਦੇਖ ਲਿਆ ਕਿ ਨੈਚੁਰਲ ਬੌਰਨ ਸਿਟੀਜ਼ਨ ਕਿਹੜਾ ਹੁੰਦਾ ਹੈ ਅਤੇ ਨੈਚੁਰਲਾਈਜ਼ ਸਿਟੀਜ਼ਨ ਕਿਹੜਾ ਹੁੰਦਾ ਹੈ। ਹੁਣ ਜੋ ਅਸੀਂ ਗੱਲ ਕਰਨੀ ਹੈ, ਉਹ ਗੱਲ ਕਰਨੀ ਹੈ ਐਕਚੁਅਲ ਸਿਟੀਜ਼ਨਸ਼ਿਪ ਦੇ ਬਾਰੇ, ਨਾਗਰਿਕਤਾ ਬਾਰੇ, ਜੋ ਕਿ ਭਾਰਤ ਦੇ ਜਿਹੜਾ ਸੰਵਿਧਾਨ ਹੈ ਉਹਦੇ ਪਾਰਟ 2 ਦੇ ਵਿੱਚ ਦਿੱਤਾ ਹੋਇਆ। ਦੇਖੋ, ਜਿੰਨੇ ਵੀ ਸਾਡੇ ਆਰਟੀਕਲਸ ਹੈ ਨਾ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ, ਉਹਨਾਂ ਸਾਰੇ ਆਰਟੀਕਲਸ ਨੂੰ ਨਾ ਗਰੁੱਪ ਕੀਤਾ ਹੋਇਆ। ਠੀਕ ਹੈ। ਤਾਂ ਉਹ ਜਿਹੜੇ ਆਰਟੀਕਲਸ ਆ ਉਹਨਾਂ ਨੂੰ ਗਰੁੱਪ ਕਰਕੇ ਅਲੱਗ-ਅਲੱਗ ਪਾਰਟਸ ਵਿੱਚ ਲਿਖਿਆ ਹੋਇਆ। ਜਿਹੜੇ ਇੱਕ ਤਰ੍ਹਾਂ ਦੇ ਆਰਟੀਕਲਸ ਆ ਉਹ ਇੱਕ ਪਾਰਟ 'ਚ ਪਾਤੇ, ਜਿਹੜੇ ਅਲੱਗ ਤਰ੍ਹਾਂ ਦੇ ਆਰਟੀਕਲਸ ਆ ਉਹ ਕਿਸੇ ਹੋਰ ਗਰੁੱਪ 'ਚ ਪਾਤੇ। ਤਾਂ ਆਪਣੇ ਕੋਲ ਗਰੁੱਪਿੰਗ ਕੀਤੀ ਹੋਈ ਹੈ ਤਾਂ ਕਿ ਸਾਨੂੰ ਜਿਹੜਾ ਪੜ੍ਹਨ ਦੇ ਵਿੱਚ ਆਸਾਨੀ ਹੋਵੇ। ਠੀਕ ਹੈ। ਤਾਂ ਜਿਹੜਾ ਪਾਰਟ 1 ਹੈ ਉਹ ਜੀ ਡੀਲ ਕਰਦਾ ਯੂਨੀਅਨ ਦੇ ਨਾਲ ਅਤੇ ਉਹਦੀ ਜਿਹੜੀ ਟੈਰੀਟਰੀ ਹੈ ਉਹਦੇ ਨਾਲ, ਜਦੋਂ ਕਿ ਜਿਹੜਾ ਪਾਰਟ 2 ਹੈ ਸੰਵਿਧਾਨ ਦਾ, ਉਹ ਡੀਲ ਕਰਦਾ ਸਿਟੀਜ਼ਨਸ਼ਿਪ ਦੇ ਨਾਲ। ਇਹਦਾ ਮਤਲਬ ਪਾਰਟ 2 ਦੇ ਵਿੱਚ ਜਿੰਨੇ ਵੀ ਆਰਟੀਕਲਸ ਹੈ, ਜੋ ਕਿ 5 ਤੋਂ 11 ਤੱਕ ਹੈ, ਉਹ ਸਾਰੇ ਕਿਹਦੇ ਨਾਲ ਡੀਲ ਕਰਦੇ ਆ? ਨਾਗਰਿਕਤਾ ਦੇ ਨਾਲ। ਆਪਾਂ ਇਹਨਾਂ ਆਰਟੀਕਲਸ ਨੂੰ ਹੀ ਹੁਣ ਪੜ੍ਹਾਂਗੇ। ਤਾਂ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਜਿਹੜਾ ਸਾਡਾ ਸੰਵਿਧਾਨ ਹੈ, ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਆਰਟੀਕਲ 5 ਤੋਂ 11 ਦੇ ਵਿੱਚ ਕਿ ਕਿਹੜੇ ਲੋਕ ਹੈ ਜਿਹੜੇ ਭਾਰਤ ਦੇ ਨਾਗਰਿਕ ਹੋਣਗੇ। ਧਿਆਨ ਨਾਲ ਸੁਣਿਓ, ਕਿਹੜੇ ਲੋਕ ਭਾਰਤ ਦੇ ਨਾਗਰਿਕ ਹੋਣਗੇ, ਕਿੰਨੀ ਤਰੀਕ ਨੂੰ? 26 ਜਨਵਰੀ 1950 ਨੂੰ। ਇਸ ਤਰੀਕ ਨੂੰ ਕਿਹੜੇ ਲੋਕ ਹੈ ਜਿਹੜੇ ਉਹ ਭਾਰਤ ਦੇ ਨਾਗਰਿਕ ਬਣਦੇ ਆ, ਉਹਨਾਂ ਬਾਰੇ ਸੰਵਿਧਾਨ ਵਿੱਚ ਲਿਖਿਆ ਹੋਇਆ ਹੈ। ਤਾਂ ਮੇਰੇ ਕਹਿਣ ਦਾ ਕੀ ਮਤਲਬ ਹੈ ਕਿ ਕਿਹੜੇ ਲੋਕ 27 ਜਨਵਰੀ 1950 ਨੂੰ ਭਾਰਤ ਦੇ ਨਾਗਰਿਕ ਬਣਨਗੇ, ਉਹਦੇ ਬਾਰੇ ਸੰਵਿਧਾਨ 'ਚ ਨਹੀਂ ਲਿਖਿਆ ਹੋਇਆ। ਮੈਂ ਦੁਬਾਰਾ ਦੱਸਦੀ ਹਾਂ, ਸੰਵਿਧਾਨ ਦੇ ਵਿੱਚ ਜੋ ਲਿਖਿਆ ਹੋਇਆ ਉਹ ਲਿਖਿਆ ਹੋਇਆ ਹੈ ਕਿ 26 ਜਨਵਰੀ 1950 ਨੂੰ ਕਿਹੜੇ ਲੋਕ ਭਾਰਤ ਦੇ ਨਾਗਰਿਕ ਬਣਨਗੇ। ਪਰ ਉਹ ਜਿਹੜੇ ਲੋਕ ਭਾਰਤ ਦੇ ਨਾਗਰਿਕ ਬਣੇ ਆ 26 ਜਨਵਰੀ 1950 ਨੂੰ, ਕੀ ਉਹ ਕੰਟੀਨਿਊ ਰਹਿਣਗੇ ਭਾਰਤ ਦੇ ਨਾਗਰਿਕ 27 ਜਨਵਰੀ 1950 ਨੂੰ ਜਾਂ 28, 29, 30 ਨੂੰ? ਠੀਕ ਹੈ, ਜਾਂ ਨਹੀਂ ਰਹਿਣਗੇ। ਮਤਲਬ ਉਹਨਾਂ ਦੀ ਨਾਗਰਿਕਤਾ ਜਿਹੜੀ ਉਹ ਉੱਦਾਂ ਹੀ ਮੇਨਟੇਨ ਰਹੂਗੀ ਜਾਂ ਉਹਦੀ ਨਾਗਰਿਕਤਾ ਖੋਹ ਲਈ ਜਾਊਗੀ। ਠੀਕ ਹੈ, ਇਹਦੇ ਬਾਰੇ ਸੰਵਿਧਾਨ 'ਚ ਕੁਛ ਨਹੀਂ ਲਿਖਿਆ ਹੋਇਆ। ਠੀਕ ਹੈ, ਸੰਵਿਧਾਨ ਦੇ ਵਿੱਚ ਸਿਰਫ 5 ਤੋਂ 11 ਆਰਟੀਕਲਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਿਹੜੇ ਲੋਕ ਹੈ ਜਿਹੜੇ ਉਹ 26 ਜਨਵਰੀ 1950 ਨੂੰ ਭਾਰਤ ਦੇ ਨਾਗਰਿਕ ਬਣਦੇ ਆ। ਉਸ ਤੋਂ ਬਾਅਦ ਅਗਰ ਕਿਸੇ ਨੇ ਭਾਰਤ ਦਾ ਨਾਗਰਿਕ ਬਣਨਾ ਹੈ ਜਾਂ ਕਿਸੇ ਨੇ ਭਾਰਤ ਦੀ ਨਾਗਰਿਕਤਾ ਛੱਡਣੀ ਹੈ ਜਾਂ ਕਿਸੇ ਪਰਸਨ ਤੋਂ ਭਾਰਤ ਦੀ ਨਾਗਰਿਕਤਾ ਜਿਹੜੀ ਉਹ ਲਈ ਜਾਣੀ ਆ ਵਾਪਸ, ਉਹ ਸਾਰੀ ਜਿਹੜੀ ਪਾਵਰ ਹੈ ਉਹ ਦਿੱਤੀ ਗਈ ਹੈ ਸੰਸਦ ਨੂੰ। ਇੰਡੀਆ ਦਾ, ਭਾਰਤ ਦਾ ਜਿਹੜਾ ਪਾਰਲੀਮੈਂਟ ਹੈ, ਸੰਸਦ ਹੈ, ਉਹਨੂੰ ਇਹ ਸਾਰੀ ਪਾਰਲੀਮੈਂਟ ਨੂੰ ਪਾਵਰ ਦਿੱਤੀ ਗਈ ਹੈ ਕਿ ਕੌਣ ਜਿਹੜਾ ਉਹ 26 ਜਨਵਰੀ 1950 ਤੋਂ ਬਾਅਦ ਇੰਡੀਆ ਦਾ ਨਾਗਰਿਕ ਬਣ ਸਕਦਾ ਹੈ। ਠੀਕ ਹੈ ਜੀ, ਇਹਦੇ ਬਾਰੇ ਹੁਣ ਆਪਾਂ ਡਿਸਕਸ ਕਰਾਂਗੇ। ਤਾਂ ਹੁਣ ਅਗਰ ਆਪਾਂ ਗੱਲ ਕਰੀਏ ਆਰਟੀਕਲ 5 ਦੀ, ਆਰਟੀਕਲ 5 ਕੀ ਕਹਿੰਦਾ ਹੈ? ਜਿਹੜਾ 5ਵਾਂ ਆਰਟੀਕਲ ਆ ਉਹ ਉਹਨਾਂ ਲੋਕਾਂ ਦੀ ਗੱਲ ਕਰਦਾ ਹੈ ਜੋ
ਇੰਡੀਆ ਵਿੱਚ ਪੱਕੇ ਤੌਰ 'ਤੇ ਰਹਿ ਰਹੇ ਸੀ। ਜਦੋਂ ਸਾਡਾ ਜਿਹੜਾ ਸੰਵਿਧਾਨ ਆ ਲਾਗੂ ਹੁੰਦਾ ਹੈ ਬਸ ਇੱਕ ਤਰੀਕ ਯਾਦ ਰੱਖਿਓ, ਉਹ ਹੈਗੀ ਹੈ 26 ਜਨਵਰੀ 1950, ਜਦੋਂ ਸਾਡਾ ਜਿਹੜਾ ਸੰਵਿਧਾਨ ਹੈ ਭਾਰਤ ਦਾ ਲਾਗੂ ਹੁੰਦਾ ਹੈ, ਠੀਕ ਹੈ। ਤਾਂ ਉਸ ਦਿਨ ਕਿਹੜੇ ਲੋਕ ਇੰਡੀਆ ਵਿੱਚ ਰਹਿ ਰਹੇ ਸੀ, ਠੀਕ ਹੈ, ਉਹ ਲੋਕ ਭਾਰਤ ਦੇ ਨਾਗਰਿਕ ਹੋਣਗੇ। ਨਾਲ ਦੀ ਨਾਲ ਉਹਨਾਂ ਨੂੰ ਇੱਕ ਕੰਡੀਸ਼ਨ ਹੋਰ ਫੁੱਲਫਿਲ ਕਰਨੀ ਪੈਣੀ ਹੈ। ਇਹ 3 ਕੰਡੀਸ਼ਨ ਆਈ, ਇਹਨਾਂ ਵਿੱਚੋਂ ਕੋਈ ਵੀ ਇੱਕ ਕੰਡੀਸ਼ਨ ਉਹਨਾਂ ਨੂੰ ਫੁੱਲਫਿਲ ਕਰਨੀ ਪੈਣੀ ਹੈ, ਜਿਹਦੇ ਵਿੱਚੋਂ ਪਹਿਲਾਂ ਜਾਂ ਤਾਂ ਉਹ ਭਾਰਤ ਵਿੱਚ ਜੰਮਿਆ ਹੋਵੇ, ਜਾਂ ਉਹਦੇ ਪੇਰੈਂਟਸ ਵਿੱਚੋਂ ਈਦਰ ਆਫ ਹਿਸ ਪੇਰੈਂਟਸ ਮਤਲਬ ਜਾਂ ਤਾਂ ਉਹਦੇ ਮਾਂ ਜਾਂ ਉਹਦੇ ਬਾਪ, ਠੀਕ ਹੈ, ਉਹਨਾਂ ਦੇ ਮਦਰ ਜਾਂ ਫਾਦਰ ਦੇ ਵਿੱਚੋਂ ਕੋਈ ਵੀ ਉਸ ਟਾਈਮ ਉੱਤੇ ਭਾਰਤ ਦਾ ਨਾਗਰਿਕ ਹੋਵੇ, ਜਾਂ ਉਹ ਸੰਵਿਧਾਨ ਕਮੈਂਸ ਹੋਣ ਤੋਂ ਸੰਵਿਧਾਨ ਲਾਗੂ ਹੋਣ ਤੋਂ 5 ਸਾਲ ਤੱਕ, ਮਤਲਬ ਅਗਰ ਸੰਵਿਧਾਨ 26 ਜਨਵਰੀ ਨੂੰ ਲਾਗੂ ਹੋਇਆ ਤਾਂ ਇਹ ਤੋਂ 5 ਸਾਲ, ਤਾਂ ਇਹ ਤੋਂ ਪਹਿਲਾਂ 5 ਸਾਲ ਉਹ ਲਗਾਤਾਰ ਭਾਰਤ ਵਿੱਚ ਰਹਿ ਰਿਹਾ ਹੋਵੇ, ਠੀਕ ਹੈ। ਤਾਂ ਹੁਣ ਆਰਟੀਕਲ 5 ਇਹ ਕਹਿੰਦਾ ਹੈ ਕਿ ਉਹ ਪਰਸਨ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਊਗੀ ਜੋ ਪੱਕੇ ਤੌਰ 'ਤੇ ਭਾਰਤ ਦੇ ਵਿੱਚ ਰਹਿ ਰਿਹਾ ਹੈ। ਨਾਲ ਦੀ ਨਾਲ ਜਾਂ ਤਾਂ ਉਹ ਖੁਦ ਭਾਰਤ ਵਿੱਚ ਜੰਮੇ ਹੈ, ਜਾਂ ਜਿਹੜੇ ਉਹਦੇ ਮਾਂ-ਬਾਪ ਹੈ ਉਹਨਾਂ ਵਿੱਚੋਂ ਕੋਈ ਇੱਕ ਭਾਰਤ ਦਾ ਨਾਗਰਿਕ ਹੈ, ਜਾਂ ਉਹ ਆਰਡੀਨਰੀ ਰੈਜ਼ੀਡੈਂਟ ਹੈ, ਜਾਂ ਉਹ ਆਪਣੇ ਕੋਲ ਸਧਾਰਨ ਵਸਨੀਕ ਹੈ, ਇੱਥੋਂ ਪਿਛਲੇ 5 ਸਾਲ ਦੇ ਵਿੱਚ ਉਹ ਇੱਥੇ ਰਹਿ ਰਿਹਾ ਹੈ, ਠੀਕ ਹੈ ਜੀ। ਤਾਂ ਇਹ ਹੈਗਾ ਆਰਟੀਕਲ 5। ਹੁਣ ਆਰਟੀਕਲ 6 ਦੀ ਗੱਲ ਕਰੀਏ। ਆਰਟੀਕਲ 6 ਉਹਨਾਂ ਲੋਕਾਂ ਲਈ ਹੈ ਜਿਹੜੇ ਪਾਕਿਸਤਾਨ ਤੋਂ ਇੰਡੀਆ ਆਏ ਆ, ਜਿਹੜੇ ਪਾਕਿਸਤਾਨ ਤੋਂ ਇੰਡੀਆ ਆਏ ਆ। ਸਾਨੂੰ ਪਤਾ ਹੈ ਕਿ ਜਦੋਂ ਸਾਡੇ ਦੇਸ਼ ਦੀ ਪਾਰਟੀਸ਼ਨ ਹੋਈ ਹੈ, ਠੀਕ ਹੈ, ਵੰਡ ਹੋਈ ਹੈ, ਤਾਂ ਉਦੋਂ ਜਿਹੜੇ ਵੀ ਆਪਣੇ ਕੋਲ ਲੋਕ ਸੀਗੇ, ਹਿੰਦੂ ਸਿੱਖ ਸੀਗੇ, ਠੀਕ ਹੈ, ਉਹ ਆਪਣੇ ਕੋਲ, ਚਾਹੇ ਤੁਸੀਂ ਹਿੰਦੂਆਂ ਦੀ ਗੱਲ ਕਰ ਲਓ ਚਾਹੇ ਸਿੱਖਾਂ ਦੀ ਗੱਲ ਕਰ ਲਓ, ਜਿਹੜੇ ਲੋਕ ਪਾਕਿਸਤਾਨ ਵਾਲੇ ਏਰੀਆ ਵਿੱਚ ਰਹਿ ਰਹੇ ਸੀ ਉਹ ਇੰਡੀਆ ਦੇ ਵਿੱਚ ਜਦੋਂ ਆਏ ਸੀ, ਠੀਕ ਹੈ। ਤਾਂ ਜਦੋਂ ਉਹ ਇੰਡੀਆ ਦੇ ਵਿੱਚ ਆਏ ਸੀ ਤਾਂ ਉਹਨਾਂ ਨੂੰ ਨਾਗਰਿਕਤਾ ਕਿਵੇਂ ਦਿੱਤੀ ਗਈ, ਤਾਂ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾਂਦੀ ਹੈ ਆਰਟੀਕਲ 6 ਦੇ ਵਿੱਚ। ਉਹਨਾਂ ਬਾਰੇ ਗੱਲ ਕਰੀ ਗਈ ਹੈ 6ਵੇਂ ਆਰਟੀਕਲ ਦੇ ਵਿੱਚ, ਜੋ ਕਹਿੰਦਾ ਹੈ ਕਿ ਉਹ ਪਰਸਨ ਜਿਹੜੇ ਮਾਈਗ੍ਰੇਟ ਹੋ ਕੇ ਆਏ ਆ, ਪ੍ਰਵਾਸ ਲੈ ਕੇ ਆਏ ਆ ਇੰਡੀਆ ਦੇ ਵਿੱਚ ਪਾਕਿਸਤਾਨ ਤੋਂ, ਉਹ ਸਿਟੀਜ਼ਨ ਹੋਣਗੇ ਇੰਡੀਆ ਦੇ, ਠੀਕ ਹੈ, ਜਿਨ੍ਹਾਂ ਦੇ ਜਾਂ ਤਾਂ ਉਹ ਖੁਦ ਜਾਂ ਉਹਨਾਂ ਦੇ ਪੇਰੈਂਟਸ, ਠੀਕ ਹੈ। ਹੁਣ ਪੇਰੈਂਟਸ ਦੇ ਵਿੱਚ ਅਗੇਨ ਜਾਂ ਤਾਂ ਉਹਦੇ ਮਦਰ ਜਾਂ ਫਾਦਰ, ਠੀਕ ਹੈ, ਮਾਂ ਬਾਪ ਦੇ ਵਿੱਚੋਂ ਕੋਈ ਵੀ ਇੱਕ ਹੋ ਸਕਦਾ ਹੈ, ਜਾਂ ਐਨੀ ਆਫ ਹਿਸ ਗ੍ਰੈਂਡ ਪੇਰੈਂਟਸ। ਇਹਦਾ ਮਤਲਬ ਗ੍ਰੈਂਡ ਪੇਰੈਂਟਸ ਮਤਲਬ ਚਾਹੇ ਦਾਦਕਿਆਂ ਚੋਂ ਚਾਹੇ ਨਾਨਕਿਆਂ ਚੋਂ, ਦਾਦਾ ਦਾਦੀ ਨਾਨਾ ਨਾਨੀ, ਠੀਕ ਹੈ, ਇਹਨਾਂ ਦੇ ਵਿੱਚੋਂ ਕੋਈ ਵੀ ਅਗਰ ਉਸ ਅਨਡਿਵਾਈਡਡ ਇੰਡੀਆ ਵਿੱਚ ਜੰਮਿਆ ਹੋਇਆ। ਇੱਥੇ ਉਹਨਾਂ ਲੋਕਾਂ ਦੀ ਗੱਲ ਕੀਤੀ ਗਈ ਹੈ ਜੋ ਪਾਕਿਸਤਾਨ ਤੋਂ ਆ ਰਹੇ ਆ। ਕੰਡੀਸ਼ਨ ਕੀ ਹੈ ਕਿ ਜਾਂ ਤਾਂ ਉਹ ਖੁਦ ਜਾਂ ਉਹਨਾਂ ਦੇ ਪੇਰੈਂਟਸ ਵਿੱਚੋਂ ਕੋਈ ਵੀ ਹੋ ਸਕਦਾ ਹੈ, ਜਾਂ ਉਹਨਾਂ ਦੇ ਗ੍ਰੈਂਡ ਪੇਰੈਂਟਸ। ਹੁਣ ਗ੍ਰੈਂਡ ਪੇਰੈਂਟਸ ਵਿੱਚੋਂ ਕੋਈ ਵੀ ਹੋ ਸਕਦਾ ਹੈ, ਉਹ ਉਸ ਅਨਡਿਵਾਈਡਡ ਇੰਡੀਆ, ਠੀਕ ਹੈ, ਵੰਡ ਹੋਣ ਤੋਂ ਜਿਹੜਾ ਪਹਿਲਾ ਵਾਲਾ ਭਾਰਤ ਹੈ ਉਹਦੇ ਵਿੱਚ ਜੰਮੇ ਹੋਣ, ਤੇ ਨਾਲ ਦੀ ਨਾਲ ਉਹਨਾਂ ਨੂੰ ਇੱਕ ਕੰਡੀਸ਼ਨ ਫੁੱਲਫਿਲ ਕਰਨੀ ਪੈਣੀ ਆ। ਉਹ ਕਿਹੜੀ ਹੈ ਜੀ? ਅਗਰ ਤਾਂ ਉਹ 19 ਜੁਲਾਈ 1948 ਤੋਂ ਪਹਿਲਾਂ ਆਏ ਆ ਮਾਈਗ੍ਰੇਟ ਹੋ ਕੇ, ਉਹ ਲੋਕ ਜਿਹੜੇ ਪਾਕਿਸਤਾਨ ਤੋਂ ਆਏ ਹੈ ਭਾਰਤ ਦੇ ਵਿੱਚ 19 ਜੁਲਾਈ 1948 ਤੋਂ ਪਹਿਲਾਂ, ਤਾਂ ਉਹ ਆਪਣੇ ਕੋਲ ਇੱਥੇ ਸਧਾਰਨ ਵਸਨੀਕ ਦੇ ਅਕੋਰਡਿੰਗ ਰਹਿ ਰਹੇ ਹੈ, ਠੀਕ ਹੈ ਜੀ। ਜਾਂ ਉਹ ਲੋਕ ਜਿਹੜੇ 19 ਜੁਲਾਈ 1948 ਤੋਂ ਬਾਅਦ ਆਏ ਹੈ, ਠੀਕ ਹੈ, ਤਾਂ ਅਗਰ ਉਹ 19 ਜੁਲਾਈ 1948 ਤੋਂ ਬਾਅਦ ਇੰਡੀਆ ਦੇ ਵਿੱਚ ਆਏ ਹੈ, ਭਾਰਤ ਦੇ ਵਿੱਚ ਆਏ ਹੈ, ਤਾਂ ਉਹਨਾਂ ਨੂੰ ਰਜਿਸਟ੍ਰੇਸ਼ਨ ਮਿਲੂਗੀ, ਉਹਨਾਂ ਨੂੰ ਨਾਗਰਿਕਤਾ ਮਿਲੂਗੀ ਰਜਿਸਟਰ ਕਰਵਾਉਣ ਤੋਂ ਬਾਅਦ। ਕੰਡੀਸ਼ਨ ਕੀ ਹੈ ਕਿ ਰਜਿਸਟਰ ਕਰਾਉਣ ਤੋਂ ਪਹਿਲਾਂ ਉਹ ਲਗਾਤਾਰ 6 ਮਹੀਨੇ ਇੰਡੀਆ ਵਿੱਚ ਰਹਿ ਰਹੇ ਹੋਣ, ਠੀਕ ਹੈ ਜੀ। ਉਹ 19 ਜੁਲਾਈ 1948 ਤੋਂ ਬਾਅਦ ਆ ਰਹੇ ਆ ਤਾਂ ਉਹਨਾਂ ਨੂੰ ਰਜਿਸਟਰ ਕਰਵਾਉਣਾ ਪੈਣਾ ਐਜ਼ ਅ ਸਿਟੀਜ਼ਨ ਆਫ ਇੰਡੀਆ, ਬਟ ਸ਼ਰਤ ਕੀ ਹੈ ਕਿ 6 ਮਹੀਨੇ ਲਗਾਤਾਰ ਉਹ ਇੱਥੇ ਰਹਿ ਰਹੇ ਹੋਣ, ਤਾਂ ਹੀ ਉਹਨਾਂ ਨੂੰ ਜਿਹੜੀ ਨਾਗਰਿਕਤਾ ਉਹ ਰਜਿਸਟ੍ਰੇਸ਼ਨ ਦੇ ਬੇਸਿਸ 'ਤੇ ਮਿਲੂਗੀ, ਠੀਕ ਹੈ ਜੀ। ਅੱਗੇ ਹੈਗੇ ਆਰਟੀਕਲ 7। ਆਰਟੀਕਲ 7 ਕਹਿੰਦਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਪਹਿਲਾਂ ਪਾਕਿਸਤਾਨ ਗਏ ਸੀ, ਇੰਡੀਆ ਤੋਂ ਪਹਿਲਾਂ ਪਾਕਿਸਤਾਨ ਗਏ ਬਟ ਫਿਰ ਦੁਬਾਰਾ ਇੰਡੀਆ ਦੇ ਵਿੱਚ ਵਾਪਸ ਆ ਗਏ, ਠੀਕ ਹੈ। ਮੈਂ ਦੁਬਾਰਾ ਦੱਸਦੀ ਹਾਂ ਕਿ ਉਹ ਲੋਕ ਜੋ ਪਹਿਲਾਂ ਇੰਡੀਆ ਦੇ ਵਿੱਚ ਰਹਿੰਦੇ ਸੀ ਬਟ ਇੰਡੀਆ ਤੋਂ ਪਾਕਿਸਤਾਨ ਚਲੇ ਗਏ ਮਾਈਗ੍ਰੇਟ ਹੋ ਕੇ, ਬਟ ਦੁਬਾਰਾ ਰੀਸੈਟਲ ਹੋਣ ਲਈ, ਦੁਬਾਰਾ ਇੱਥੇ ਵਸਣ ਦੇ ਲਈ ਉਹ ਵਾਪਸ ਇੰਡੀਆ ਆਉਂਦੇ ਆ, ਤਾਂ ਉਹ ਸਾਰੇ ਲੋਕ ਉਹਨਾਂ ਦੇ ਉਹਨਾਂ ਦਾ ਰਾਈਟ ਆਫ ਸਿਟੀਜ਼ਨਸ਼ਿਪ, ਜਿਹੜੇ ਲੋਕ ਪਹਿਲਾਂ ਪਾਕਿਸਤਾਨ ਗਏ ਸੀ ਬਟ ਬਾਅਦ ਵਿੱਚ ਦੁਬਾਰਾ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਏ ਆ ਸੈਟਲ ਹੋਣ ਦੇ ਲਈ, ਤਾਂ ਉਹਨਾਂ ਦੀ ਵੀ ਕੰਡੀਸ਼ਨ ਕੀ ਹੈ ਕਿ ਜੇ ਉਹਨਾਂ ਨੇ ਭਾਰਤ ਦੇ ਨਾਗਰਿਕ ਬਣਨਾ ਤਾਂ 6 ਮਹੀਨੇ ਉਹ ਵੀ ਇੱਥੇ ਲਗਾਤਾਰ ਰਹਿੰਦੇ ਹੋਣ। ਤਾਂ ਉਸ ਟਾਈਮ ਉੱਤੇ ਜਿਹੜੇ ਲੋਕ ਮਾਰਚ 1947 ਤੋਂ ਬਾਅਦ ਇੰਡੀਆ ਦੇ ਵਿੱਚ ਆਏ ਆ ਪਾਕਿਸਤਾਨ ਤੋਂ ਮੁੜ ਕੇ, ਤਾਂ ਉਹ ਇੰਡੀਆ ਦੇ ਕਹਿ ਲਓ ਕਿ ਵਸਨੀਕ ਹੋਣ ਪਿਛਲੇ 6 ਮਹੀਨਿਆਂ ਤੋਂ, ਤਾਂ ਉਹਨਾਂ ਨੂੰ ਜਿਹੜੀ ਭਾਰਤ ਦੀ ਨਾਗਰਿਕਤਾ ਉਹ ਮਿਲੂਗੀ, ਠੀਕ ਹੈ ਜੀ। ਅੱਗੇ ਆਉਂਦਾ ਜੀ ਆਰਟੀਕਲ 8। ਆਰਟੀਕਲ 8 ਉਹਨਾਂ ਦੇ ਲਈ ਹੈ ਜਿਹੜੇ ਕਿ ਇੰਡੀਅਨ ਓਰੀਜਨ ਦੇ ਲੋਕ ਹੈ। ਹੁਣ ਇੰਡੀਅਨ ਓਰੀਜਨ ਦਾ ਮਤਲਬ ਕੀ ਹੈ? ਦੇਖੋ, ਇੰਡੀਅਨ ਓਰੀਜਨ ਦਾ ਮਤਲਬ ਕਿ ਉਹ ਲੋਕ ਜਿਨ੍ਹਾਂ ਦੇ ਪੇਰੈਂਟਸ,
ਜਿਨ੍ਹਾਂ ਦੇ ਮਾਂ-ਬਾਪ ਜਾਂ ਉਹਨਾਂ ਦੇ ਗ੍ਰੈਂਡ ਪੇਰੈਂਟਸ, ਠੀਕ ਹੈ, ਉਹਨਾਂ ਦੇ ਦਾਦਾ-ਦਾਦੀ, ਨਾਨਾ-ਨਾਨੀ, ਉਹ ਅਨਡਿਵਾਈਡਡ ਇੰਡੀਆ ਵਿੱਚ ਜੰਮੇ ਸੀ। ਮਤਲਬ ਭਾਰਤ ਦੇਸ਼ ਦੀ ਵੰਡ ਹੋਣ ਤੋਂ ਪਹਿਲਾਂ ਉਹ ਉਸ ਅਨਡਿਵਾਈਡਡ ਇੰਡੀਆ ਵਿੱਚ ਜੰਮੇ ਸੀ। ਤਾਂ ਜਿਹੜੇ ਉਹਨਾਂ ਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਅਨਡਿਵਾਈਡਡ ਇੰਡੀਆ ਵਿੱਚ ਜੰਮੇ ਸੀ, ਉਹ ਲੋਕਾਂ ਨੂੰ ਆਪਾਂ ਬੋਲਦੇ ਹਾਂ ਇੰਡੀਅਨ ਓਰੀਜਨ ਦੇ ਲੋਕ, ਕਿਉਂਕਿ ਇਹਨਾਂ ਲੋਕਾਂ ਦੀਆਂ ਜਿਹੜੀਆਂ ਜੜ੍ਹਾਂ ਹੁੰਦੀਆਂ ਉਹ ਕਿਤੇ ਨਾ ਕਿਤੇ ਇੰਡੀਆ ਦੇ ਨਾਲ, ਭਾਰਤ ਦੇ ਨਾਲ ਜੁੜੀਆਂ ਹੁੰਦੀਆਂ, ਇਸ ਲਈ ਉਹਨਾਂ ਨੂੰ ਬੋਲਦੇ ਹਾਂ ਇੰਡੀਅਨ ਓਰੀਜਨ ਦੇ ਲੋਕ। ਅਗਰ ਕੋਈ ਇੰਡੀਅਨ ਓਰੀਜਨ ਦੇ ਲੋਕ ਹੈ ਔਰ ਉਹ ਭਾਰਤ ਦੇ ਬਾਹਰ ਰਹਿ ਰਹੇ ਆ, ਹੈਗੇ ਉਹ ਇੰਡੀਅਨ ਓਰੀਜਨ ਦੇ ਆ, ਜੜ੍ਹਾਂ ਉਹਨਾਂ ਦੀਆਂ ਭਾਰਤ ਨਾਲ ਜੁੜੀਆਂ ਹੋਈਆਂ, ਪਰ ਉਹ ਹਾਲੇ ਵੀ ਇੰਡੀਆ ਤੋਂ ਬਾਹਰ ਰਹਿ ਰਹੇ ਆ, ਤਾਂ ਉਹਨਾਂ ਨੂੰ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਮਿਲ ਜੂਗੀ। ਤਾਂ ਉਹਨਾਂ ਲਈ ਕੀ ਹੈ ਕਿ ਕੋਈ ਵੀ ਉਹਨਾਂ ਨੂੰ ਰਿਪਰਜੈਂਟੇਟਿਵ ਚਾਹੀਦਾ, ਕੋਈ ਵੀ ਰਿਪਰਜੈਂਟੇਟਿਵ, ਚਾਹੇ ਡਿਪਲੋਮੈਟਿਕ ਹੈ ਚਾਹੇ ਕੌਂਸੂਲੇਟ ਹੈ, ਉਹਨਾਂ ਦੀ ਜਿਹੜੀ ਆਪਣੇ ਕੋਲ ਅਰਜੀ ਹੈ, ਠੀਕ ਹੈ, ਉਹਦੇ ਉੱਪਰ ਉਸ ਡਿਪਲੋਮੈਟਿਕ ਜਾਂ ਕੌਂਸਲਰ ਦੀ ਆਪਣੇ ਕੋਲ ਮੋਹਰ ਚਾਹੀਦੀ ਹੈ। ਤਾਂ ਉਹਦੇ ਬੇਸਿਸ ਦੇ ਉੱਤੇ ਜਿਹੜੇ ਓਵਰਸੀਜ਼ ਇੰਡੀਅਨਸ ਆ ਉਹਨਾਂ ਨੂੰ ਜਿਹੜੀ ਸਿਟੀਜ਼ਨਸ਼ਿਪ ਆ ਉਹ ਦਿੱਤੀ ਜਾਊਗੀ। ਤਾਂ ਓਵਰਸੀਜ਼ ਸਿਟੀਜ਼ਨਸ ਨੂੰ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਆਰਟੀਕਲ 8 ਦੇ ਵਿੱਚ ਜਿਹੜੀ ਉਹ ਦਿੱਤੀ ਗਈ ਹੈ, ਠੀਕ ਹੈ। ਜਿਹੜੇ ਆਰਟੀਕਲ 9, 10, 11 ਹੈ, ਠੀਕ ਹੈ, ਇਹ ਆਪਣੇ ਕੋਲ ਡੀਲ ਕਰਦੇ ਆ ਵਿਦ ਦ ਸਿਟੀਜ਼ਨਸ ਐਂਡ ਦਾ ਪਾਰਲੀਮੈਂਟ। ਆਰਟੀਕਲ 9 ਇਹ ਕਹਿੰਦਾ ਏ ਕਿ ਉਹ ਲੋਕ ਜਿਹੜੇ ਕਿ ਆਪਣੇ ਆਪ ਵਲੰਟਰੀ ਹੁੰਦਾ ਹੈ, ਸਵੈ ਇੱਛਾ ਨਾਲ, ਆਪਣੀ ਮਰਜ਼ੀ ਦੇ ਨਾਲ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹਨੂੰ ਤਿਆਗਦੇ ਆ ਅਤੇ ਦੂਜੀ ਕੰਟਰੀ ਦੇ ਨਾਗਰਿਕ ਬਣ ਜਾਂਦੇ ਆ। ਅਗਰ ਕੋਈ ਪਰਸਨ ਆਪਣੀ ਕੰਟਰੀ ਨੂੰ ਛੱਡ ਕੇ ਦੂਜੀ ਕੰਟਰੀ ਦੀ ਨਾਗਰਿਕਤਾ ਜਿਹੜੀ ਅਪਣਾਉਂਦਾ ਏ ਤਾਂ ਉਹਦੀ ਇੰਡੀਅਨ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਆਟੋਮੈਟੀਕਲੀ ਖਤਮ ਹੋ ਜਾਂਦੀ ਹੈ। ਇਹ ਲਿਖਿਆ ਗਿਆ ਆਰਟੀਕਲ 9 ਦੇ ਵਿੱਚ। ਮੈਂ ਦੁਬਾਰਾ ਦੱਸਦੀ ਹਾਂ, ਆਰਟੀਕਲ 9 ਦੇ ਵਿੱਚ ਲਿਖਿਆ ਗਿਆ ਕਿ ਉਹ ਲੋਕ ਜਿਹੜੇ ਵਲੰਟਰੀ ਕਿਸੇ ਫੋਰਨ ਦੇਸ਼ ਦੀ ਜਿਹੜੀ ਨਾਗਰਿਕਤਾ ਉਹਨੂੰ ਅਪਣਾਉਂਦੇ ਆ, ਫੋਰਨ ਦੇਸ਼ ਦੇ ਸਿਟੀਜ਼ਨ ਬਣਦੇ ਆ, ਤਾਂ ਉਹ ਲੋਕ ਹੈ ਜਿਹੜੇ ਉਹਨਾਂ ਦੀ ਜਿਹੜੀ ਨਾਗਰਿਕਤਾ ਹੈ ਭਾਰਤ ਦੀ ਉਹ ਆਟੋਮੈਟੀਕਲੀ ਖਤਮ ਹੋ ਜਾਂਦੀ ਹੈ। ਆਰਟੀਕਲ 10 ਕਹਿੰਦਾ ਇਹ ਕਿ ਜਿਹੜੇ ਵੀ ਭਾਰਤ ਦੇ ਨਾਗਰਿਕ ਹੈ ਉਹ ਜੀ ਕਿਹਦੇ ਅੰਦਰ ਆਉਂਦੇ ਆ, ਕਾਨੂੰਨ ਦੇ ਅੰਦਰ ਆਉਂਦੇ ਆ। ਕਿਹੜੇ ਕਾਨੂੰਨ ਦੇ ਅੰਦਰ? ਪਾਰਲੀਮੈਂਟ ਦੇ ਕਾਨੂੰਨ ਦੇ ਅੰਦਰ। ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਸੰਵਿਧਾਨ ਹੈ, ਸੰਵਿਧਾਨ ਨੇ ਜਿਹੜੀ ਇਹ ਪਾਵਰ ਹੈ ਕਾਨੂੰਨ ਬਣਾਉਣ ਦੀ ਰਿਗਾਰਡਿੰਗ ਸਿਟੀਜ਼ਨਸ਼ਿਪ, ਨਾਗਰਿਕਤਾ ਦੇ ਲਈ ਕੋਈ ਵੀ ਅਗਰ ਕਾਨੂੰਨ ਬਣਾਉਣਾ ਹੈ ਤਾਂ ਉਹਦੀ ਜਿਹੜੀ ਰਿਸਪੌਂਸਿਬਿਲਿਟੀ ਹੈ, ਠੀਕ ਹੈ, ਉਹ ਦਿੱਤੀ ਹੋਈ ਹੈ ਪਾਰਲੀਮੈਂਟ ਨੂੰ। ਤਾਂ ਪਾਰਲੀਮੈਂਟ ਅਗਰ ਕੋਈ ਕਾਨੂੰਨ ਬਣਾਊਗਾ ਤਾਂ ਉਹ ਕਿਹਨਾਂ ਦੇ ਉੱਤੇ ਲਾਗੂ ਹੋਊਗਾ? ਸਿਟੀਜ਼ਨਸ ਦੇ ਉੱਤੇ। ਤਾਂ ਇਟ ਮੀਨਸ ਕਿ ਜਿੰਨੇ ਵੀ ਭਾਰਤ ਦੇ ਨਾਗਰਿਕ ਹੈ ਉਹਨਾਂ ਨੂੰ ਉਸ ਲਾਅ ਨੂੰ ਮੰਨਣਾ ਪੈਣਾ, ਠੀਕ। ਔਰ ਆਰਟੀਕਲ 11 ਹੈ ਜਿਹੜਾ ਉਹ ਇਹ ਪਾਵਰ ਦਿੰਦਾ ਹੈ। ਆਰਟੀਕਲ 11 ਹੈ ਉਹ ਆਪਣੇ ਕੋਲ ਪਾਵਰ ਦੇ ਰਿਹਾ ਹੈ ਕਿ ਜਿਹੜਾ ਸਾਡਾ ਪਾਰਲੀਮੈਂਟ ਹੈ, ਸੰਸਦ ਹੈ, ਉਹਦੇ ਕੋਲ ਇਹ ਪਾਵਰ ਹੈ ਨਾਗਰਿਕਤਾ ਦੇ ਉੱਤੇ ਕਾਨੂੰਨ ਬਣਾਉਣ ਦੀ। ਜਿਹੜੀ ਸਾਡੀ ਨਾਗਰਿਕਤਾ ਦੇਸ਼ ਦੀ, ਉਹਦੇ ਉੱਤੇ ਕਾਨੂੰਨ ਬਣਾਉਣ ਦੀ ਜਿਹੜੀ ਪਾਵਰ ਹੈ ਉਹ ਦਿੱਤੀ ਗਈ ਹੈ ਟੂ ਦਾ ਪਾਰਲੀਮੈਂਟ, ਠੀਕ ਹੈ ਜੀ। ਇਹ ਹੈਗਾ ਆਰਟੀਕਲ 11। ਆਰਟੀਕਲ 9 ਹੋ ਗਿਆ ਉਹਨਾਂ ਲੋਕਾਂ ਲਈ ਜਿਹੜੇ ਖੁਦ ਹੀ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹਨੂੰ ਛੱਡਦੇ ਹੈ ਅਤੇ ਦੂਜੇ ਦੇਸ਼ ਸਿਟੀਜ਼ਨਸ਼ਿਪ ਜਿਹੜੀ ਉਹ ਲੈਂਦੇ ਹੈ। ਔਰ ਆਰਟੀਕਲ 10 ਹੋ ਗਿਆ ਕਿ ਜੋ ਵੀ ਭਾਰਤ ਦਾ ਨਾਗਰਿਕ ਹੋਊਗਾ ਉਹਨਾਂ ਸਾਰਿਆਂ ਦੇ ਉੱਤੇ ਲਾਗੂ ਹੋਊਗਾ ਜੀ ਉਹ ਕਾਨੂੰਨ ਜੋ ਕਿ ਪਾਰਲੀਮੈਂਟ ਦੁਆਰਾ ਬਣਾਇਆ ਗਿਆ ਸਿਟੀਜ਼ਨਸ਼ਿਪ ਦੇ ਉੱਤੇ। ਔਰ ਆਰਟੀਕਲ 11 ਦਿੰਦਾ ਪਾਵਰ ਪਾਰਲੀਮੈਂਟ ਨੂੰ ਉਹ ਕਾਨੂੰਨ ਬਣਾਉਣ ਦੀ, ਠੀਕ ਹੈ ਜੀ। ਹੁਣ ਦੇਖੋ, ਮੈਂ ਤੁਹਾਨੂੰ ਦੱਸਿਆ ਸੀ ਕਿ ਸਿਰਫ ਔਰ ਸਿਰਫ 26 ਜਨਵਰੀ 1950 ਨੂੰ ਕਿਹੜੇ ਲੋਕ ਇੰਡੀਆ ਦੇ ਨਾਗਰਿਕ ਬਣਨਗੇ ਇਹਦੇ ਬਾਰੇ ਸੰਵਿਧਾਨ ਵਿੱਚ ਦੱਸਿਆ ਹੋਇਆ ਹੈ ਫਰੋਮ ਆਰਟੀਕਲ 5 to 11। ਬਟ ਉਸ ਤੋਂ ਬਾਅਦ 26 ਜਨਵਰੀ 1950 ਤੋਂ ਬਾਅਦ ਕਿਹੜੇ ਲੋਕ ਆ ਜਿਹੜੇ ਭਾਰਤ ਦੇ ਨਾਗਰਿਕ ਬਣਨਗੇ ਇਹਦੇ ਬਾਰੇ ਸੰਵਿਧਾਨ 'ਚ ਕੁਛ ਨਹੀਂ ਲਿਖਿਆ ਹੋਇਆ। ਇਹਦੇ ਬਾਰੇ ਸਾਨੂੰ ਪਤਾ ਚੱਲਦਾ ਹੈ ਫਰੋਮ ਦਾ ਲਾਅ। ਕਿਹੜਾ ਲਾਅ? ਜੋ ਕਿ ਪਾਰਲੀਮੈਂਟ ਨੇ ਬਣਾਇਆ ਹੋਇਆ। ਤਾਂ ਪਾਰਲੀਮੈਂਟ ਨੇ ਪਾਸ ਕੀਤਾ ਸੀ ਸਿਟੀਜ਼ਨਸ਼ਿਪ ਐਕਟ 1955, ਜਿਹਦੇ ਬਾਰੇ ਹੁਣ ਅਸੀਂ ਪੜ੍ਹਾਂਗੇ। ਮੈਂ ਤੁਹਾਨੂੰ ਦੱਸਿਆ ਨਾ ਕਿ ਆਰਟੀਕਲ 11 ਦੇ ਵਿੱਚ ਜਿਹੜੀ ਲਾਅ ਬਣਾਉਣ ਦੀ, ਕਾਨੂੰਨ ਬਣਾਉਣ ਦੀ ਜਿਹੜੀ ਪਾਵਰ ਆ ਉਹ ਦਿੱਤੀ ਗਈ ਹੈ ਪਾਰਲੀਮੈਂਟ ਨੂੰ ਕਿ ਹੁਣ ਜਿਹੜੇ ਗਾਹਾਂ ਨਾਗਰਿਕ ਆਉਣਗੇ, ਠੀਕ ਹੈ, ਜੋ ਭਾਰਤ ਦਾ ਨਾਗਰਿਕ ਬਣਨਾ ਚਾਹੁੰਦੇ ਆ ਜਾਂ ਜਿਹੜੇ ਭਾਰਤ ਦੀ ਨਾਗਰਿਕਤਾ ਨੂੰ ਤਿਆਗਣਾ ਚਾਹੁੰਦੇ ਆ ਉਹਨਾਂ ਦੇ ਲਈ ਇੱਕ ਕਾਨੂੰਨ ਬਣਾਇਆ ਜਾਊਗਾ। ਉਹ ਕਾਨੂੰਨ ਬਣਾਊਗਾ ਜੀ ਪਾਰਲੀਮੈਂਟ, ਠੀਕ ਹੈ ਜੀ। ਤਾਂ ਇਹ ਹੁਣ ਅਸੀਂ ਜਿਹੜਾ ਐਕਟ ਆ ਉਹਦੇ ਬਾਰੇ ਅਸੀਂ ਪੜ੍ਹਾਂਗੇ। ਹੁਣ ਅਸੀਂ ਜਿਹੜੀ ਪੜ੍ਹਨ ਜਾ ਰਹੇ ਹਾਂ ਉਹ ਪੜ੍ਹਨ ਜਾ ਰਹੇ ਸਿਟੀਜ਼ਨਸ਼ਿਪ ਐਕਟ 1955, ਜਿਹਦੇ ਵਿੱਚ ਦੋ ਚੀਜ਼ਾਂ ਬਾਰੇ ਲਿਖਿਆ ਹੋਇਆ, ਕਿੱਦਾਂ ਜਿਹੜੀ ਭਾਰਤ ਦੀ ਨਾਗਰਿਕਤਾ ਹੈ ਉਹਨੂੰ ਲਿਆ ਜਾ ਸਕਦਾ ਹੈ ਜਾਂ ਕਿੱਦਾਂ ਜਿਹੜੀ ਭਾਰਤ ਦੀ ਨਾਗਰਿਕਤਾ ਉਹਨੂੰ ਖੋਇਆ ਜਾ ਸਕਦਾ ਹੈ, ਠੀਕ ਹੈ ਜੀ। ਤਾਂ ਅਗਰ ਆਪਾਂ ਗੱਲ ਕਰੀਏ ਕਿ ਕਿੱਦਾਂ ਭਾਰਤ ਦੀ ਨਾਗਰਿਕਤਾ ਨੂੰ ਲਿਆ ਜਾ ਸਕਦਾ, ਇਹਦੇ 5 ਤਰੀਕੇ ਲਿਖੇ ਹੋਏ ਆ। ਜਨਮ ਦੇ ਉੱਤੇ, ਡੀਸੈਂਟ ਦੇ ਬੇਸਿਸ ਦੇ ਉੱਤੇ, ਠੀਕ ਹੈ, ਪੂਰਵਜਾਂ ਦੇ ਬੇਸਿਸ ਦੇ ਉੱਤੇ, ਰਜਿਸਟ੍ਰੇਸ਼ਨ ਦੇ ਬੇਸਿਸ ਦੇ ਉੱਤੇ, ਨੈਚੁਰਲਾਈਜੇਸ਼ਨ ਬੇਸਿਸ ਦੇ ਉੱਤੇ ਅਤੇ ਇਨਕੋਪਰੇਸ਼ਨ ਆਫ ਟੈਰੀਟਰੀ ਦੇ ਬੇਸਿਸ ਦੇ ਉੱਤੇ। ਅਤੇ ਲਾਸ, ਆਪਾਂ ਕਿੱਦਾਂ ਉਹਨੂੰ ਜਿਹੜੀ ਭਾਰਤ ਦੀ ਨਾਗਰਿਕਤਾ ਹੈ ਉਹਨੂੰ ਕਿੱਦਾਂ ਗਵਾ ਸਕਦੇ ਹਾਂ, ਰਿਨਾਊਂਸ ਕਰ ਸਕਦੇ ਹਾਂ ਜਾਂ ਉਹ ਟਰਮੀਨੇਟ ਕੀਤੀ ਜਾ ਸਕਦੀ ਆ ਜਾਂ ਕਿਸੇ ਪਰਸਨ ਨੂੰ ਭਾਰਤ ਦੀ ਨਾਗਰਿਕਤਾ ਤੋਂ ਡਿਪਰਾਈਵ ਕੀਤਾ ਜਾ ਸਕਦਾ, ਕਿਸੇ ਪਰਸਨ ਤੋਂ ਭਾਰਤ ਦੀ ਨਾਗਰਿਕਤਾ ਖੋਈ ਜਾ ਸਕਦੀ ਹੈ। ਤਾਂ ਜਨਮ ਦੇ ਆਧਾਰ ਦਾ ਜਿਹੜਾ ਤਰੀਕਾ ਲਿਖਿਆ ਗਿਆ ਉਹਦੇ ਵਿੱਚ ਨਾ 3 ਡੇਟਸ ਮੈਂਸ਼ਨ ਹੈ। ਪਹਿਲੀ ਤਰੀਕ ਹੈਗੀ 26 ਜਨਵਰੀ 1950, ਦੂਜੀ 1 ਜੁਲਾਈ 1987 ਅਤੇ 3 ਦਸੰਬਰ 2004।
ਹੁਣ ਇਹ ਡੇਟਸ ਕਿੱਥੋਂ ਆਈਆਂ? ਦੇਖੋ ਸਮੇਂ-ਸਮੇਂ 'ਤੇ ਨਾ ਜਿਹੜਾ ਇਹ ਐਕਟ ਹੈ ਸਿਟੀਜ਼ਨਸ਼ਿਪ ਐਕਟ 1955, ਇਹਦੇ ਵਿੱਚ ਅਮੈਂਡਮੈਂਟਸ ਹੁੰਦੀਆਂ ਗਈਆਂ। ਦੇਸ਼ ਦੀ ਪਾਰਲੀਮੈਂਟ ਉਹ ਕਰਦੀ ਰਹਿੰਦੀ ਆ, ਤਾਂ ਉਹਨੇ ਬਹੁਤ ਸਾਰੀਆਂ ਅਮੈਂਡਮੈਂਟਸ ਕਰੀਆਂ, ਇਸ ਕਰਕੇ ਜਿਹੜੀਆਂ ਅਲੱਗ-ਅਲੱਗ ਇਹ ਡੇਟਸ ਆਈਆਂ। ਹੁਣ ਜੇ ਆਪਾਂ ਗੱਲ ਕਰੀਏ 26 ਜਨਵਰੀ 1950 ਤੋਂ ਲੈ ਕੇ 1 ਜੁਲਾਈ 1987 ਤੱਕ, ਤਾਂ ਇਸ ਪੀਰੀਅਡ ਦੇ ਦੌਰਾਨ ਅਗਰ ਕੋਈ ਇਸ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਜਨਮ ਲੈਂਦਾ ਹੈ ਤਾਂ ਉਹਨੂੰ ਜਨਮ ਦੇ ਬੇਸਿਸ 'ਤੇ ਭਾਰਤ ਦੀ ਜਿਹੜੀ ਨਾਗਰਿਕਤਾ ਉਹ ਦਿੱਤੀ ਜਾਊਗੀ, ਔਰ ਕੋਈ ਮੈਟਰ ਨਹੀਂ ਕਰਦਾ ਕਿ ਉਹਦੇ ਮਾਤਾ ਪਿਤਾ ਦੀ ਨੈਸ਼ਨੈਲਿਟੀ ਕੀ ਹੈ, ਠੀਕ ਹੈ। ਬਸ ਅਗਰ ਇਹਨਾਂ ਪੀਰੀਅਡ ਦੇ ਵਿੱਚ ਕੋਈ ਪਰਸਨ ਜੰਮਿਆ ਤਾਂ ਉਹ ਦੇਸ਼ ਦਾ ਨਾਗਰਿਕ ਹੈ। ਬਟ ਅਗਰ ਅਸੀਂ 1 ਜੁਲਾਈ 1987 ਤੋਂ ਬਾਅਦ ਦੀ ਗੱਲ ਕਰੀਏ ਅਤੇ 3 ਦਸੰਬਰ 2004 ਤੱਕ ਦੀ ਗੱਲ ਕਰੀਏ, ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਅਗਰ ਕੋਈ ਸਿਟੀਜ਼ਨ ਹੈ, ਅਗਰ ਕੋਈ ਪਰਸਨ ਹੈ ਭਾਰਤ ਵਿੱਚ ਜੰਮਦਾ ਹੈ ਤਾਂ ਉਹਨੂੰ ਸਿਟੀਜ਼ਨਸ਼ਿਪ ਦਿੱਤੀ ਜਾਊਗੀ ਜਨਮ ਦੇ ਆਧਾਰ ਦੇ ਉੱਤੇ। ਬਟ ਉਹਦੇ ਪੇਰੈਂਟਸ ਦੇ ਵਿੱਚੋਂ ਕੋਈ ਇੱਕ ਪੇਰੈਂਟ ਜਿਹੜਾ ਉਹ ਇੰਡੀਅਨ ਹੋਣਾ ਚਾਹੀਦਾ ਹੈ, ਮਾਤਾ ਜਾਂ ਪਿਤਾ ਦੋਨਾਂ ਦੇ ਵਿੱਚੋਂ ਕੋਈ ਹੈ ਜਿਹੜਾ ਉਹ ਇੰਡੀਅਨ ਹੋਣਾ ਚਾਹੀਦਾ ਹੈ। 3 ਦਸੰਬਰ 2004 ਤੋਂ ਬਾਅਦ ਲਿਖਿਆ ਗਿਆ ਹੈ ਕਿ ਤੁਸੀਂ ਜਿਹੜੀ ਸਿਟੀਜ਼ਨਸ਼ਿਪ ਹੈ ਬਰਥ ਦੇ ਬੇਸਿਸ 'ਤੇ ਲੈ ਸਕਦੇ ਹੋ, ਜਾਂ ਤਾਂ ਤੁਹਾਡੇ ਦੋਨੋਂ ਦੇ ਦੋਨੋਂ ਜਿਹੜੇ ਪੇਰੈਂਟਸ ਆ ਮਾਤਾ ਪਿਤਾ ਦੋਨੋਂ ਇੰਡੀਅਨ ਹੋਣ, ਜਾਂ ਇੱਕ ਇੰਡੀਅਨ ਹੋਵੇ ਅਤੇ ਦੂਜਾ ਇਲੀਗਲ ਮਾਈਗਰੈਂਟ ਨਾ ਹੋਵੇ। ਇਲੀਗਲ ਮਾਈਗਰੈਂਟ ਮਤਲਬ ਜੋ ਬਿਨਾਂ ਕਾਗਜ਼ ਪੱਤਰਾਂ ਦੇ ਇੰਡੀਆ ਵਿੱਚ ਰਹਿ ਰਹੇ ਹੈ, ਠੀਕ ਹੈ ਜੀ। ਤਾਂ ਕੀ ਕੰਡੀਸ਼ਨ ਹੈ 3 ਦਸੰਬਰ 2004 ਤੋਂ ਬਾਅਦ ਅਗਰ ਕੋਈ ਇੰਡੀਆ ਵਿੱਚ ਜਨਮ ਲੈਂਦਾ ਏ ਤਾਂ ਜਾਂ ਤਾਂ ਉਹਦੇ ਦੋਨੋਂ ਜਿਹੜੇ ਪੇਰੈਂਟਸ ਆ ਉਹ ਇੰਡੀਅਨ ਹੋਣੇ ਚਾਹੀਦੇ ਆ, ਜਾਂ ਇੱਕ ਇੰਡੀਅਨ ਹੋਵੇ ਤਾਂ ਦੂਜਾ ਜਿਹੜਾ ਉਹ ਇਲੀਗਲ ਮਾਈਗਰੈਂਟ ਨਾ ਹੋਵੇ। ਇਹਦਾ ਮਤਲਬ ਉਹ ਕਾਨੂੰਨੀ ਤੌਰ 'ਤੇ ਇੰਡੀਆ ਵਿੱਚ ਰਹਿ ਰਿਹਾ ਹੋਵੇ, ਉਹਦੇ ਕੋਲ ਪ੍ਰੋਪਰ ਜਿਹੜੇ ਕਾਗਜ਼ ਪੱਤਰ ਆ ਉਹ ਹੋਣ। ਦੂਜਾ ਤਰੀਕਾ ਹੈਗਾ ਇਹ ਇੰਡੀਆ ਦੀ ਸਿਟੀਜ਼ਨਸ਼ਿਪ ਲੈਣ ਦਾ, ਉਹ ਹੈਗਾ ਬਾਈ ਡੀਸੈਂਟ। ਡੀਸੈਂਟ ਦਾ ਮਤਲਬ ਹੁੰਦਾ ਏ ਕਿ ਜਦੋਂ ਪੂਰਵਜਾਂ ਦੇ, ਠੀਕ ਹੈ, ਬਲੱਡ ਰਿਲੇਸ਼ਨ ਦੇ ਥਰੂ ਜਦੋਂ ਤੁਹਾਨੂੰ ਸਿਟੀਜ਼ਨਸ਼ਿਪ ਮਿਲਦੀ ਹੈ ਤਾਂ ਉਹ ਸਾਰੇ ਲੋਕ ਜੋ ਇੰਡੀਆ ਦੇ ਵਿੱਚ ਨਹੀਂ ਜੰਮੇ ਬਟ ਇੰਡੀਆ ਤੋਂ ਬਾਹਰ ਜੰਮੇ ਆ, ਬਟ ਫਿਰ ਵੀ ਉਹਨਾਂ ਨੂੰ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਜਾਂ ਮਾਂ-ਬਾਪ ਦੇ ਬੇਸਿਸ ਦੇ ਉੱਤੇ ਮਿਲ ਜਾਂਦੀ ਹੈ। ਤਾਂ ਅਗਰ ਅਸੀਂ 26 ਜਨਵਰੀ 1950 ਤੋਂ ਲੈ ਕੇ 10 ਦਸੰਬਰ 1992 ਤੱਕ ਦੀ ਗੱਲ ਕਰੀਏ ਤਾਂ ਕੋਈ ਵੀ ਜਿਹੜਾ ਪਰਸਨ ਹੈ ਅਗਰ ਉਹ ਇੰਡੀਆ ਤੋਂ ਬਾਹਰ ਜਨਮ ਲੈਂਦਾ ਏ ਤਾਂ ਉਹ ਇੰਡੀਆ ਦਾ ਸਿਟੀਜ਼ਨ ਬਣ ਸਕਦਾ ਹੈ, ਅਗਰ ਉਹਦਾ ਜਿਹੜਾ ਪਿਤਾ ਏ ਉਹ ਇੰਡੀਆ ਦਾ ਸਿਟੀਜ਼ਨ ਸੀ ਜਦੋਂ ਉਸ ਪਰਸਨ ਦਾ ਬਰਥ ਹੋਇਆ ਸੀ। ਮੈਂ ਦੁਬਾਰਾ ਦੱਸ ਦਿੰਦੀ ਹਾਂ, 26 ਜਨਵਰੀ 1950 ਤੋਂ ਲੈ ਕੇ 10 ਦਸੰਬਰ 1992 ਤੱਕ ਉਹ ਲੋਕ ਇੰਡੀਆ ਦੇ ਨਾਗਰਿਕ ਬਣ ਸਕਦੇ ਆ ਜਿਨ੍ਹਾਂ ਦਾ ਜਨਮ ਬਾਹਰ ਹੋਇਆ ਇੰਡੀਆ ਤੋਂ, ਬਟ ਉਹਨਾਂ ਦੇ ਫਾਦਰ ਕੀ ਸੀਗੇ, ਇੰਡੀਅਨ ਸੀਗੇ ਜਦੋਂ ਉਹਨਾਂ ਦਾ ਬਰਥ ਹੋਇਆ ਸੀ, ਠੀਕ ਹੈ। ਹੁਣ ਇੱਥੇ ਕਿਹਦੇ ਬਰਥ ਦੀ ਗੱਲ ਕੀਤੀ ਗਈ ਹੈ? ਸਪੋਜ਼ ਕਰੋ ਜੀ ਕੋਈ ਪਰਸਨ ਏ ਹੈ, ਉਹਦਾ ਜਨਮ ਇੰਡੀਆ ਤੋਂ ਬਾਹਰ ਹੋਇਆ ਤਾਂ ਉਹਨੂੰ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਦਿੱਤੀ ਜਾ ਸਕਦੀ ਹੈ, ਠੀਕ ਹੈ। ਕੰਡੀਸ਼ਨ ਕੀ ਹੈ ਕਿ ਜਦੋਂ ਇਸ ਪਰਸਨ ਦਾ ਜਨਮ ਹੋਇਆ, ਜਦੋਂ ਏ ਦਾ ਜਨਮ ਹੋਇਆ ਨਾ ਉਸ ਟਾਈਮ ਦੇ ਉੱਤੇ ਇਹਨਾਂ ਦੇ ਜਿਹੜੇ ਫਾਦਰ ਸੀ ਨਾ ਉਹ ਇੰਡੀਅਨ ਸੀ, ਠੀਕ ਹੈ ਜੀ। ਇਹ ਲਿਖਿਆ ਹੋਇਆ ਇਸ ਪ੍ਰੋਵੀਜ਼ਨ ਦੇ ਵਿੱਚ। ਉਸ ਤੋਂ ਬਾਅਦ ਹੈਗਾ ਅਗਰ ਕੋਈ 10 ਦਸੰਬਰ 1992 ਤੋਂ ਬਾਅਦ ਜਨਮ ਲੈਂਦਾ ਪਰ 3 ਦਸੰਬਰ 2004 ਤੋਂ ਪਹਿਲਾਂ ਜਨਮ ਲੈਂਦਾ, ਇਸ ਟਾਈਮ ਪੀਰੀਅਡ ਦੇ ਵਿੱਚ ਅਗਰ ਕਿਸੇ ਦਾ ਜਨਮ ਦੇਸ਼ ਤੋਂ ਬਾਹਰ ਹੁੰਦਾ ਹੈ ਤਾਂ ਉਹਦੇ ਪੇਰੈਂਟਸ ਦੇ ਵਿੱਚੋਂ ਕਿਸੇ ਇੱਕ ਕੋਲ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਹੋਣੀ ਚਾਹੀਦੀ ਹੈ। ਪਹਿਲਾ ਕੰਡੀਸ਼ਨ ਸੀ ਫਾਦਰ ਕੋਲ ਹੋਵੇ, ਹੁਣ ਕੰਡੀਸ਼ਨ ਕੀ ਹੈ ਕਿ ਦੋਹਾਂ ਦੇ ਵਿੱਚੋਂ ਮਾਤਾ ਜਾਂ ਪਿਤਾ ਦੇ ਵਿੱਚੋਂ ਕੋਈ ਇੱਕ ਹੈ ਜਿਹੜਾ ਉਹ ਇੰਡੀਆ ਦਾ ਜਿਹੜਾ ਸਿਟੀਜ਼ਨ ਆ ਉਹ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੈਗੀ ਹੈ ਜੀ 3 ਦਸੰਬਰ 2004 ਤੋਂ ਬਾਅਦ ਉਸ ਪਰਸਨ ਦੇ ਬਾਰੇ ਹੈ ਕਿ ਜਿਹਦਾ ਜਨਮ ਇੰਡੀਆ ਤੋਂ ਬਾਹਰ ਹੋਇਆ ਹੈ ਉਹਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਊਗੀ ਜਦੋਂ ਤੱਕ ਉਹਦਾ ਜਿਹੜਾ ਬਰਥ ਹੈ ਉਹ ਰਜਿਸਟਰ ਨਹੀਂ ਕਰਵਾਇਆ ਜਾਂਦਾ ਉਹਦੇ ਮਾਤਾ ਪਿਤਾ ਤੋਂ। ਜਦੋਂ ਤੱਕ ਉਹਦੇ ਮਾਤਾ ਪਿਤਾ ਉਹਦਾ ਬਰਥ ਰਜਿਸਟਰ ਨਹੀਂ ਕਰਾਉਣਗੇ ਉਦੋਂ ਤੱਕ ਉਹਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਊਗੀ। ਅਤੇ ਨਾਲ ਦੀ ਨਾਲ ਇਹ ਕਿਹਾ ਗਿਆ ਕਿ ਜਿਹੜੀ ਇਹ ਬਰਥ ਦੀ ਰਜਿਸਟ੍ਰੇਸ਼ਨ ਹੈ ਨਾ ਉਹ ਜਨਮ ਤੋਂ 1 ਸਾਲ ਦੇ ਅੰਦਰ ਅੰਦਰ ਕਰਵਾਉਣੀ ਪੈਣੀ ਹੈ। ਅਗਰ 1 ਸਾਲ ਦੇ ਅੰਦਰ ਅੰਦਰ ਜਨਮ ਤੋਂ 1 ਸਾਲ ਦੇ ਅੰਦਰ ਅੰਦਰ ਰਜਿਸਟ੍ਰੇਸ਼ਨ ਕਰਵਾਉਂਦੇ ਹੈ ਦੈਨ ਉਸ ਪਰਸਨ ਨੂੰ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਦਿੱਤੀ ਜਾਊਗੀ, ਠੀਕ ਹੈ ਜੀ। ਤਾਂ ਅਸੀਂ ਜੇ ਹੁਣ ਗੱਲ ਕਰੀਏ ਰਜਿਸਟ੍ਰੇਸ਼ਨ ਦੀ, ਠੀਕ ਹੈ, ਇਹ ਆਪਣੇ ਕੋਲ ਤੀਜਾ ਮੈਥਡ ਹੈ ਜੀ ਰਜਿਸਟਰ ਕਰਵਾਉਣ ਦਾ ਆਪਣੇ ਆਪ ਨੂੰ ਐਜ਼ ਅ ਸਿਟੀਜ਼ਨ ਆਫ ਇੰਡੀਆ। ਤਾਂ ਕੌਣ ਹੈ ਜਿਹੜੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਆ ਐਜ਼ ਸਿਟੀਜ਼ਨ ਆਫ ਇੰਡੀਆ? ਉਹ ਪਰਸਨ ਜੋ ਪਿਛਲੇ 7 ਸਾਲਾਂ ਤੋਂ ਇੰਡੀਆ ਦੇ ਵਿੱਚ ਰਹਿ ਰਿਹਾ ਹੈ। ਪਿਛਲੇ 7 ਸਾਲਾਂ ਦੇ ਵਿੱਚੋਂ ਅਗਰ ਉਹ ਇੰਡੀਆ ਦੇ ਵਿੱਚ ਰਹਿ ਰਿਹਾ ਹੈ, ਠੀਕ ਹੈ, ਤਾਂ ਉਹ ਉਸ ਤੋਂ ਬਾਅਦ ਐਪਲੀਕੇਸ਼ਨ ਫਾਈਲ ਕਰੂਗਾ ਅਤੇ ਉਹਨੂੰ ਸਿਟੀਜ਼ਨਸ਼ਿਪ ਦਿੱਤੀ ਜਾਊਗੀ ਔਨ ਦਾ ਬੇਸਿਸ ਆਫ ਰਜਿਸਟ੍ਰੇਸ਼ਨ। ਜਾਂ ਕੋਈ ਉਹ ਪਰਸਨ ਜੋ ਇੰਡੀਅਨ ਓਰੀਜਨ ਦਾ ਹੈ, ਇੰਡੀਅਨ ਓਰੀਜਨ ਮਤਲਬ ਉਹ ਕਿਤੇ ਵੀ ਰਹਿ ਰਿਹਾ ਹੈ, ਠੀਕ ਹੈ, ਐਕਸੈਪਟ ਅਨਡਿਵਾਈਡਡ ਇੰਡੀਆ। ਹੁਣ ਅਨਡਿਵਾਈਡਡ ਇੰਡੀਆ ਵਿੱਚ ਕੀ ਆ ਜਾਂਦਾ ਹੈ? ਪਾਕਿਸਤਾਨ ਅਤੇ ਇੰਡੀਆ ਐਂਡ ਦੀ ਬੰਗਲਾਦੇਸ਼, ਜਿਹੜੀ ਇਹਨਾਂ ਦੀ ਟੈਰੀਟਰੀ ਹੈ, ਠੀਕ ਹੈ, ਉਹਨੂੰ ਅਸੀਂ ਬੋਲਦੇ ਹਾਂ ਅਨਡਿਵਾਈਡਡ ਇੰਡੀਆ ਦੀ ਟੈਰੀਟਰੀ, ਠੀਕ ਹੈ। ਤਾਂ ਜਿਹੜਾ ਆਪਣੇ ਕੋਲ ਇਹਨਾਂ ਸਾਰੀਆਂ ਕੰਟਰੀਜ਼ ਤੋਂ ਬਾਹਰ ਕਿਸੇ ਹੋਰ ਕੰਟਰੀ ਦੇ ਵਿੱਚ ਰਹਿ ਰਿਹਾ ਹੈ ਉਹ ਪਰਸਨ ਰਜਿਸਟ੍ਰੇਸ਼ਨ ਦੇ ਥਰੂ ਸਿਟੀਜ਼ਨਸ਼ਿਪ ਲੈ ਸਕਦਾ ਇੰਡੀਆ ਦੀ। ਉਸ ਤੋਂ ਬਾਅਦ ਅਗਰ ਕੋਈ ਸਪਾਊਸ ਹੈ, ਠੀਕ ਹੈ, ਇੰਡੀਅਨ ਸਿਟੀਜ਼ਨ ਦਾ, ਉਹਨੂੰ ਵੀ ਇੱਥੇ ਆ ਕੇ 7 ਸਾਲ ਹੀ ਰਹਿਣਾ ਪੈਣਾ। ਇਹਦਾ ਮਤਲਬ ਕੀ ਹੈ? ਦੇਖੋ ਫੋਰ ਐਗਜ਼ਾਮਪਲ ਕੋਈ ਪਰਸਨ ਐਮ ਹੈ, ਠੀਕ ਹੈ, ਤਾਂ ਉਹਦਾ ਵਿਆਹ ਹੋਇਆ ਪਰਸਨ ਏ ਦੇ ਨਾਲ। ਹੁਣ ਏ ਕੀ ਹੈ? ਇੰਡੀਅਨ ਸਿਟੀਜ਼ਨ ਹੈ,
ਠੀਕ ਹੈ। ਏ ਇੰਡੀਅਨ ਸਿਟੀਜ਼ਨ ਹੈ ਜਿਹਦਾ ਵਿਆਹ ਹੋਇਆ ਐਮ ਦੇ ਨਾਲ। ਹੁਣ ਐਮ ਨੂੰ ਏ ਦੇ ਨਾਲ ਇੰਡੀਆ ਦੇ ਵਿੱਚ ਆ ਕੇ ਰਹਿਣਾ ਪੈਣਾ, ਠੀਕ ਹੈ। ਐਮ ਰਹੂਗਾ 7 ਸਾਲ ਲਈ ਇੰਡੀਆ ਦੇ ਵਿੱਚ, ਉਸ ਤੋਂ ਬਾਅਦ ਉਹਨੂੰ ਸਿਟੀਜ਼ਨਸ਼ਿਪ ਮਿਲੂਗੀ ਰਜਿਸਟ੍ਰੇਸ਼ਨ ਦੇ ਨਾਲ। ਉਸ ਤੋਂ ਬਾਅਦ ਹੈਗਾ ਕੋਈ ਵੀ ਮਾਈਨਰ ਬੱਚਾ, ਠੀਕ ਹੈ, ਜਿਹਦੇ ਪੇਰੈਂਟਸ ਆ ਜਿਹੜੇ ਉਹ ਸਿਟੀਜ਼ਨ ਆਫ ਇੰਡੀਆ ਹੈ। ਉਸ ਤੋਂ ਬਾਅਦ ਕੋਈ ਫੁੱਲ ਏਜ ਦਾ ਬੱਚਾ, ਫੁੱਲ ਏਜ ਮਤਲਬ ਜਿਹਦੀ ਏਜ 18 ਸਾਲ ਤੋਂ ਜ਼ਿਆਦਾ ਹੈ, ਠੀਕ ਹੈ। ਤਾਂ ਫੁੱਲ ਕੈਪੈਸਿਟੀ ਦਾ ਬੱਚਾ ਜਿਹਦੇ ਪੇਰੈਂਟਸ ਇੰਡੀਅਨ ਹੈ। ਅਗਰ ਪੇਰੈਂਟਸ ਇੰਡੀਅਨ ਹੈ ਅਤੇ ਜਿਹੜੇ ਉਹਦੇ ਬੱਚੇ ਆ ਉਹ ਜਾਂ ਤਾਂ ਆਪਣੇ ਕੋਲ ਮਾਈਨਰ ਜਾਂ ਆਪਣੇ ਕੋਲ ਫੁੱਲ ਏਜ ਦੇ ਵਿੱਚ ਆ, ਦੋਨੋਂ ਕੇਸਿਸ ਦੇ ਵਿੱਚ ਉਹਨਾਂ ਨੂੰ ਰਜਿਸਟ੍ਰੇਸ਼ਨ ਦੇ ਥਰੂ ਕੀ ਮਿਲ ਜਾਣੀ ਹੈ, ਸਿਟੀਜ਼ਨਸ਼ਿਪ। ਐਨੀ ਪਰਸਨ ਹੂ ਹਿਮਸੈਲਫ ਔਰ ਈਦਰ ਆਫ ਹਿਸ ਪੇਰੈਂਟਸ। ਹੁਣ ਇਹਦਾ ਕੀ ਮਤਲਬ ਹੈ, ਜਾਂ ਤਾਂ ਉਹ ਪਰਸਨ ਜਾਂ ਤਾਂ ਖੁਦ ਜਾਂ ਉਹਦੇ ਪੇਰੈਂਟਸ ਪਹਿਲਾਂ ਇੰਡੀਆ ਦੇ ਸਿਟੀਜ਼ਨ ਸੀ, ਠੀਕ ਹੈ, ਬਟ ਬਾਅਦ ਵਿੱਚ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਉਹ ਰਹਿਣ ਲੱਗੇ ਹੋਣੀ ਹੈ ਅਤੇ ਹੁਣ ਉਹ ਦੁਬਾਰਾ ਇੰਡੀਆ ਦੇ ਸਿਟੀਜ਼ਨ ਬਣਨਾ ਚਾਹੁੰਦੇ ਆ, ਤਾਂ ਉਹਨਾਂ ਨੂੰ ਰਜਿਸਟ੍ਰੇਸ਼ਨ ਦੇ ਥਰੂ ਸਿਟੀਜ਼ਨਸ਼ਿਪ ਮਿਲ ਸਕਦੀ ਹੈ। ਕੰਡੀਸ਼ਨ ਇਹ ਹੈ ਕਿ ਉਹਨਾਂ ਨੂੰ ਇੰਡੀਆ ਦੇ ਵਿੱਚ 1 ਸਾਲ ਲਈ ਆ ਕੇ ਰਹਿਣਾ ਪੈਣਾ, ਠੀਕ ਹੈ। ਤਾਂ ਉਹ ਸਾਰੇ ਪਰਸਨ ਜੋ ਖੁਦ ਜਾਂ ਜਿਨ੍ਹਾਂ ਦੇ ਪੇਰੈਂਟਸ ਪਹਿਲਾਂ ਇੰਡੀਆ ਦੇ ਸਿਟੀਜ਼ਨ ਸੀਗੇ ਬਟ ਹੁਣ ਉਹ ਦੁਬਾਰਾ ਇੰਡੀਆ ਦੀ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਆ, ਤਾਂ ਉਹਨਾਂ ਨੂੰ 1 ਸਾਲ ਲਈ ਆ ਕੇ ਇੱਥੇ ਰਹਿਣਾ ਪੈਣਾ, ਠੀਕ ਹੈ। ਕੋਈ ਵੀ OCI ਕਾਰਡ ਹੋਲਡਰ ਹੈ, ਠੀਕ ਹੈ, ਜੋ ਆਪਣੇ ਕੋਲ ਪਿਛਲੇ 5 ਸਾਲਾਂ ਤੋਂ OCI ਕਾਰਡ ਹੋਲਡਰ ਹੈ, ਠੀਕ ਹੈ, ਅਤੇ ਇੰਡੀਆ ਦੇ ਵਿੱਚ ਉਹ 1 ਸਾਲ ਲਈ ਰਹਿ ਰਿਹਾ ਤਾਂ ਉਹਨਾਂ ਨੂੰ ਵੀ ਰਜਿਸਟ੍ਰੇਸ਼ਨ ਦੇ ਬੇਸਿਸ ਦੇ ਉੱਤੇ ਸਿਟੀਜ਼ਨਸ਼ਿਪ ਮਿਲ ਸਕਦੀ ਹੈ। ਹੁਣ ਜੋ ਵੀ ਪਰਸਨ ਰਜਿਸਟਰ ਕਰਵਾ ਰਹੇ ਹੈ ਐਜ਼ ਅ ਸਿਟੀਜ਼ਨ ਆਫ ਇੰਡੀਆ, ਉਹਨਾਂ ਨੂੰ ਇੱਕ ਸ਼ਬਦ ਲੈਣੀ ਪੈਂਦੀ ਹੈ, ਇੱਕ ਸਹੁੰ ਚੁੱਕਣੀ ਪੈਂਦੀ ਹੈ। ਉਹ ਹੈਗੀ ਹੈ ਜੀ ਓਥ ਆਫ ਐਲੀਜੀਐਂਸ ਟੂ ਦੀ ਇੰਡੀਅਨ ਕੌਂਸਟੀਟਿਊਸ਼ਨ, ਜੋ ਇੰਡੀਆ ਦਾ ਸੰਵਿਧਾਨ ਹੈ ਕਿ ਉਹਦੇ ਅਸੀਂ ਵਫਾਦਾਰ ਹੋਵਾਂਗੇ, ਠੀਕ ਹੈ। ਇੱਦਾਂ ਦੇ ਉਹਨਾਂ ਨੂੰ ਜਿਹੜੀ ਸਹੁੰ ਉਹ ਚੁੱਕਣੀ ਪੈਂਦੀ ਹੈ। ਅਗਰ ਅਸੀਂ ਨੈਕਸਟ ਮੈਥਡ ਦੀ ਗੱਲ ਕਰੀਏ, ਉਹ ਮੈਥਡ ਹੈਗਾ ਬਾਏ ਨੈਚੁਰਲਾਈਜੇਸ਼ਨ। ਇਹਦਾ ਮਤਲਬ ਅਗਰ ਕੋਈ ਵੀ ਫੋਰਨਰ ਹੈ ਜਿਹੜਾ, ਕੋਈ ਵੀ ਵਿਦੇਸ਼ੀ ਹੈ ਜਿਹੜਾ ਜੋ ਕਿ ਇੰਡੀਆ ਦਾ ਨਹੀਂ ਹੈ, ਜਿਹਦਾ ਇੰਡੀਆ ਦੇ ਨਾਲ ਕੋਈ ਲਿੰਕ ਨਹੀਂ ਹੈ ਦੂਰ ਦੂਰ ਤੱਕ, ਠੀਕ ਹੈ, ਨਾ ਹੀ ਉਹਦਾ ਪਿਛੋਕੜ, ਠੀਕ ਹੈ, ਨਾ ਹੀ ਉਹਦਾ ਪ੍ਰੈਜ਼ੈਂਟ ਇੰਡੀਆ ਦੇ ਨਾਲ ਡੀਲ ਕਰਦਾ, ਉਹ ਸਿਟੀਜ਼ਨ ਹੀ ਕਿਸੇ ਫੋਰਨ ਕੰਟਰੀ ਦਾ ਸੀ ਬਟ ਹੁਣ ਉਹ ਇੰਡੀਆ ਦਾ ਸਿਟੀਜ਼ਨ ਬਣਨਾ ਚਾਹੁੰਦਾ ਏ, ਤਾਂ ਉਹਦੇ ਲਈ ਕੰਡੀਸ਼ਨ ਕੀ ਹੈ ਕਿ 14 ਸਾਲਾਂ ਦੇ ਵਿੱਚੋਂ 12 ਸਾਲ ਉਹ ਇੰਡੀਆ ਦੇ ਵਿੱਚ ਰਿਹਾ ਹੋਵੇ। ਪਰ 12 ਸਾਲ ਦੇ ਵਿੱਚ ਕਿੱਦਾਂ, ਦੇਖੋ ਹੁਣ ਇਹ 12 ਸਾਲ ਨੂੰ ਵੀ ਤੋੜਿਆ ਗਿਆ ਕਿ 11 ਸਾਲ ਉਹ ਇੰਡੀਆ ਦੇ ਵਿੱਚ ਐਜ਼ ਅ ਆਰਡੀਨਰੀ ਰੈਜ਼ੀਡੈਂਟ ਰਹੂਗਾ। ਇਟ ਮੀਨਸ ਉਹ ਸਧਾਰਨ ਵਸਨੀਕ ਹੋਊਗਾ, ਇਟ ਮੀਨਸ ਉਹ ਇੰਡੀਆ ਵਿੱਚ ਆ ਸਕਦਾ, ਇੰਡੀਆ ਤੋਂ ਬਾਹਰ ਜਾ ਸਕਦਾ। ਬਟ ਜਿਹੜਾ 1 ਸਾਲ ਹੈ ਰਜਿਸਟ੍ਰੇਸ਼ਨ ਕਰਾਉਣ ਤੋਂ ਪਹਿਲਾਂ 1 ਸਾਲ ਹੈ ਜਿਹੜਾ, ਇਹ 1 ਸਾਲ ਮਤਲਬ 365 ਦਿਨ, ਠੀਕ ਹੈ, ਉਹ ਲਗਾਤਾਰ ਇੰਡੀਆ ਦੇ ਵਿੱਚ ਹੀ ਰਿਹਾ ਹੋਵੇ, ਉਹ ਇੰਡੀਆ ਨੂੰ ਛੱਡ ਕੇ ਨਾ ਗਿਆ ਹੋਵੇ। 11 ਸਾਲਾਂ ਦੇ ਵਿੱਚ ਉਹ ਇੰਡੀਆ ਨੂੰ ਛੱਡ ਕੇ ਜਾ ਸਕਦਾ ਅਤੇ ਵਾਪਸ ਆ ਸਕਦਾ ਇੰਡੀਆ ਦੇ ਵਿੱਚ, ਬਟ 1 ਸਾਲ ਤਾਂ ਪੂਰਾ ਉਹ ਇੰਡੀਆ ਦੇ ਵਿੱਚ ਹੀ ਰਿਹਾ ਹੋਵੇ। ਤਾਂ ਇਹਨਾਂ ਦੋਹਾਂ ਨੂੰ ਮਿਲਾ ਕੇ ਬਣ ਗਏ 12 ਸਾਲ, ਅਤੇ 12 ਸਾਲ ਉਹ ਇੰਡੀਆ ਵਿੱਚ ਰਿਹਾ ਹੋਵੇ, ਠੀਕ ਹੈ, ਆਊਟ ਆਫ 14 ਈਅਰਸ। ਇਸ ਕਰਕੇ ਉਹਨੂੰ ਕੀ ਮਿਲੂਗੀ, ਸਿਟੀਜ਼ਨਸ਼ਿਪ ਮਿਲੂਗੀ ਨੈਚੁਰਲਾਈਜੇਸ਼ਨ ਦੇ ਬੇਸਿਸ ਦੇ ਉੱਤੇ। ਤਾਂ ਹੁਣ ਇਹਨਾਂ ਨੂੰ ਵੀ ਜੋ ਪਰਸਨ ਨੈਚੁਰਲਾਈਜ਼ ਸਿਟੀਜ਼ਨ ਬਣਦੇ ਹੈ, ਠੀਕ ਹੈ, ਉਹਨਾਂ ਨੂੰ ਵੀ ਓਥ ਐਲੀਜੀਐਂਸ ਅਤੇ ਡਿਊਟੀਜ਼ ਹੈ ਜਿਹੜੀਆਂ ਉਹਨਾਂ ਨੂੰ ਮੰਨਣਾ ਪੈਂਦਾ ਹੈ। ਸੋ ਉਹਨਾਂ ਨੂੰ ਚੁੱਕਣੀ ਪੈਂਦੀ ਹੈ, ਠੀਕ ਹੈ। ਸਹੁੰ ਕੇ ਚੁੱਕਦੇ ਹਾਂ ਕਿ ਅਸੀਂ ਵਫਾਦਾਰ ਰਹੋਗੇ ਜੀ ਸੰਵਿਧਾਨ ਦੇ ਨਾਲ, ਔਰ ਡਿਊਟੀਜ਼ ਆ ਜਿਹੜੀਆਂ ਫੰਡਾਮੈਂਟਲ ਡਿਊਟੀਜ਼, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ, ਰਾਸ਼ਟਰੀ ਗੀਤ ਦਾ ਸਨਮਾਨ ਕਰਨਾ, ਠੀਕ ਹੈ, ਜਿੰਨੇ ਵੀ ਸਾਡੇ ਨੈਸ਼ਨਲ ਸਿੰਬਲਸ ਹੈ ਉਹਦਾ ਸਨਮਾਨ ਕਰਨਾ, ਅਤੇ ਇਹ ਸਾਰੀਆਂ ਚੀਜ਼ਾਂ ਕੀ ਹੁੰਦੀਆਂ ਡਿਊਟੀਜ਼ ਹੈ, ਠੀਕ ਹੈ, ਜਿਨ੍ਹਾਂ ਨੂੰ ਅਸੀਂ ਅੱਗੇ ਪੜ੍ਹੋਗੇ ਫੰਡਾਮੈਂਟਲ ਡਿਊਟੀਜ਼ ਵਾਲੇ ਚੈਪਟਰ ਦੇ ਵਿੱਚ, ਠੀਕ ਹੈ। ਤਾਂ ਇਹ ਜਿਹੜੀ ਆਪਣੇ ਕੋਲ ਡਿਊਟੀਜ਼ ਹੈ ਉਹ ਵੀ ਇਹਨਾਂ ਨੂੰ ਮੰਨਣੀਆਂ ਪੈਣੀਆਂ, ਅਤੇ ਜਿਹੜੇ ਇਹ ਪਰਸਨ ਹੁੰਦੇ ਐਕਚੁਅਲੀ ਇਹਨਾਂ ਦਾ ਇਹ ਚੀਜ਼ ਹੁੰਦੀ ਹੈ ਕੰਡੀਸ਼ਨ ਕਿ ਉਹ ਗੁੱਡ ਮੋਰਲ ਕਰੈਕਟਰ ਦਾ ਹੋਵੇ, ਵਧੀਆ ਕਰੈਕਟਰ ਦਾ ਹੋਵੇ, ਠੀਕ ਹੈ। ਤਾਂ ਇਹ ਹੈ ਜੀ ਨੈਚੁਰਲਾਈਜੇਸ਼ਨ ਦੇ ਨਾਲ ਜਦੋਂ ਕੋਈ ਪਰਸਨ ਹੈ ਜਿਹੜਾ ਫੋਰਨਰ ਹੈ, ਕੋਈ ਵਿਦੇਸ਼ੀ ਹੈ, ਉਹ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਲੈਣਾ ਚਾਹੁੰਦਾ, ਠੀਕ ਹੈ ਜੀ। ਨੈਕਸਟ ਜਿਹੜਾ ਲਾਸਟ ਮੈਥਡ ਦੱਸਿਆ ਗਿਆ ਸਿਟੀਜ਼ਨਸ਼ਿਪ ਐਕਟ 1955 ਦੇ ਵਿੱਚ, ਉਹ ਦੱਸਿਆ ਗਿਆ ਬਾਏ ਇਨਕੋਪਰੇਸ਼ਨ ਆਫ ਟੈਰੀਟਰੀ। ਇਟ ਮੀਨਸ ਕਿ ਅਗਰ ਇੰਡੀਆ ਕੋਈ ਟੈਰੀਟਰੀ ਨੂੰ ਐਕਵਾਇਰ ਕਰਦਾ ਹੈ ਜਾਂ ਕੋਈ ਟੈਰੀਟਰੀ ਹੈ ਜਿਹੜੀ ਉਹ ਇੰਡੀਆ ਦਾ ਪਾਰਟ ਬਣਦੀ ਹੈ, ਤਾਂ ਉਸ ਟੈਰੀਟਰੀ ਦੇ ਵਿੱਚ ਜਿੰਨੇ ਵੀ ਵਸਨੀਕ ਰਹਿੰਦੇ ਹੈ ਉਹ ਇੰਡੀਆ ਦੇ ਸਿਟੀਜ਼ਨ ਬਣਨਗੇ ਜਦੋਂ ਜਿਹੜੀ ਗਵਰਨਮੈਂਟ ਆਫ ਇੰਡੀਆ ਹੈ ਉਹ ਇੱਦਾਂ ਦਾ ਕਿ ਜਿਹੜਾ ਆਰਡਰ ਹੈ ਉਹ ਪਾਸ ਕਰੂਗੀ। ਧਿਆਨ ਨਾਲ ਸੁਣਿਓ, ਮੇਰੇ ਕਹਿਣ ਦਾ ਮਤਲਬ ਕੀ ਹੈ ਕਿ ਜਦੋਂ ਕੋਈ ਵੀ ਨਿਊ ਟੈਰੀਟਰੀ ਇੰਡੀਆ ਦਾ ਪਾਰਟ ਬਣਦੀ ਹੈ ਤਾਂ ਉੱਥੋਂ ਦੀ ਪਾਪੂਲੇਸ਼ਨ ਹੈ ਜਿਹੜੀ ਉਹ ਆਟੋਮੈਟਿਕਲੀ ਇੰਡੀਆ ਦੇ ਸਿਟੀਜ਼ਨ ਨਹੀਂ ਬਣਦੇ। ਅਗਰ ਕੋਈ ਟੈਰੀਟਰੀ ਇੰਡੀਆ ਦਾ ਪਾਰਟ ਬਣਦੀ ਹੈ ਤਾਂ ਉੱਥੋਂ ਦੇ ਰਹਿਣੇ ਵਾਲੇ ਜਿੰਨੇ ਵੀ ਲੋਕ ਹੈ ਉਹ ਇੰਡੀਆ ਦੇ ਸਿਟੀਜ਼ਨ ਉਦੋਂ ਹੀ ਬਣਨਗੇ ਜਦੋਂ ਗਵਰਨਮੈਂਟ ਆਫ ਇੰਡੀਆ ਨੋਟੀਫਾਈ ਕਰੂਗੀ, ਠੀਕ ਹੈ ਜੀ। ਜਦੋਂ ਪੌਂਡੀਚੇਰੀ ਨੂੰ ਇੰਡੀਆ ਦੇ ਵਿੱਚ ਮਿਲਾਇਆ ਗਿਆ ਸੀ, ਠੀਕ ਹੈ, ਇੰਡੀਆ ਦੇ ਯੂਨੀਅਨ ਆਫ ਇੰਡੀਆ ਦੇ ਵਿੱਚ ਉਹਨੂੰ ਮਿਲਾਇਆ ਗਿਆ ਸੀ, ਉਸ ਟਾਈਮ ਉੱਥੇ ਜਿੰਨੀ ਵੀ ਪਾਪੂਲੇਸ਼ਨ ਪੌਂਡੀਚੇਰੀ ਦੀ ਸੀਗੀ ਉਹ ਆਟੋਮੈਟਿਕਲੀ ਇੰਡੀਅਨ ਸਿਟੀਜ਼ਨ ਹੀ ਸੀ ਬਣ ਗਏ। ਉਹਨਾਂ ਨੂੰ ਗਵਰਨਮੈਂਟ ਨੇ ਆਰਡਰ ਪਾਸ ਕਰਿਆ ਸੀ, ਉਸ ਤੋਂ ਬਾਅਦ ਉਹ ਇੰਡੀਆ ਦੇ ਜਿਹੜੇ ਸਿਟੀਜ਼ਨ ਆ ਉਹ ਬਣਾਏ ਗਏ ਸੀ, ਠੀਕ ਹੈ ਜੀ। ਇਹ ਪੁਆਇੰਟ ਧਿਆਨ 'ਚ ਰੱਖਿਓ ਕਿ ਆਟੋਮੈਟਿਕਲੀ ਸਿਟੀਜ਼ਨ ਨਹੀਂ ਬਣਦੇ, ਗਵਰਨਮੈਂਟ ਨੂੰ ਪਹਿਲਾਂ ਆਰਡਰ ਇਸ਼ੂ ਕਰਨਾ ਪੈਣਾ, ਉਸ ਤੋਂ ਬਾਅਦ ਉਹ ਇੰਡੀਆ ਦੇ ਸਿਟੀਜ਼ਨ ਬਣਨਗੇ। ਫਿਰ ਆਉਂਦੇ ਆ ਜੀ ਲਾਸ ਆਫ ਸਿਟੀਜ਼ਨਸ਼ਿਪ। ਹੁਣ ਤੱਕ ਅਸੀਂ ਪੜ੍ਹਿਆ ਕਿ ਕਿੱਦਾਂ ਜਿਹੜੀ ਇੰਡੀਆ ਦੀ ਸਿਟੀਜ਼ਨਸ਼ਿਪ ਹੈ ਉਹਨੂੰ ਐਕਵਾਇਰ ਕੀਤਾ ਜਾ ਸਕਦਾ ਹੈ, ਪਰ ਹੁਣ ਅਸੀਂ ਦੇਖਾਂਗੇ ਕਿ ਇੰਡੀਆ ਦੀ ਸਿਟੀਜ਼ਨਸ਼ਿਪ ਨੂੰ ਖੋਇਆ ਵੀ ਜਾ ਸਕਦਾ ਹੈ,
ठीक है, लूज भी किया जा सकता। वो किद्दां किया जा सकता है, देखो 3 तरीके हैं, रेननसेशन, टर्मीनेशन एंड डेप्रीवेशन। रेननसेशन का मतलब रिनाउंस करना, खुद त्यागना। ਜਦੋਂ ਕੋਈ ਆਪਣੇ ਆਪ ਹੀ ਇੰਡੀਆ ਦੀ ਸਿਟੀਜ਼ਨਸ਼ਿਪ ਨੂੰ ਤਿਆਗਦਾ ਹੈ, ਉਹ ਪੁਆਇੰਟ ਆ ਜਾਂਦਾ ਰੀਨੰਸੀਏਸ਼ਨ। ਠੀਕ ਹੈ, ਕਿ ਅਸੀਂ ਹੁਣ ਮਤਲਬ ਇੰਡੀਆ ਦੇ ਨਾਗਰਿਕ ਨਹੀਂ ਰਹਿਣਾ ਚਾਹੁੰਦੇ। ਠੀਕ ਹੈ, ਅਸੀਂ ਹੁਣ ਕਿਸੇ ਹੋਰ ਕੰਟਰੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਐਕਵਾਇਰ ਕਰਨੀ ਹੈ। ਠੀਕ ਹੈ, ਤਾਂ ਉਹ ਬੋਲਦੇ ਆ ਰਿਨੰਸੀਏਸ਼ਨ, ਕਿ ਸਵੈ ਇੱਛਾ ਦੇ ਨਾਲ ਕੋਈ ਪਰਸਨ ਹੈ ਜਿਹੜੀ ਉਹ ਆਪਣੀ ਜਿਹੜੀ ਨਾਗਰਿਕਤਾ ਉਹਨੂੰ ਛੱਡ ਰਿਹਾ ਹੈ। ਉਸ ਤੋਂ ਬਾਅਦ ਹੈ ਕਿ ਟਰਮੀਨੇਸ਼ਨ। ਟਰਮੀਨੇਸ਼ਨ ਮਤਲਬ ਕਿ ਜਦੋਂ ਤੁਸੀਂ ਤਿਆਗਦੇ ਨਹੀਂ, ਬਟ ਜੋ ਤੁਹਾਡਾ ਐਕਸ਼ਨ ਹੁੰਦਾ ਹੈ ਨਾ, ਉਹ ਤੋਂ ਪਤਾ ਲੱਗ ਜਾਂਦਾ ਕਿ ਤੁਸੀਂ ਇੰਡੀਆ ਦੇ ਨਾਗਰਿਕ ਨਹੀਂ ਬਣਨਾ ਚਾਹੁੰਦੇ। ਜਿੱਦਾਂ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਜਦੋਂ ਰਹਿਣ ਲੱਗ ਜਾਂਦੇ ਹੋ, ਅਤੇ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਉੱਥੇ ਦੀ ਸਿਟੀਜ਼ਨਸ਼ਿਪ ਲੈ ਲੈਂਦੇ ਹੋ। ਠੀਕ ਹੈ, ਤੁਸੀਂ ਜਦੋਂ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਉੱਥੇ ਦੀ ਸਿਟੀਜ਼ਨਸ਼ਿਪ ਐਕਵਾਇਰ ਕਰਦੇ ਹੋ, ਤਾਂ ਉੱਥੋਂ ਪਤਾ ਲੱਗਦਾ ਹੈ ਕਿ ਤੁਸੀਂ ਹੁਣ ਇੰਡੀਆ ਦੇ ਨਾਗਰਿਕ ਨਹੀਂ ਰਹੇ। ਠੀਕ ਹੈ, ਦੇਖੋ ਇੰਡੀਆ ਦੇ ਵਿੱਚ ਆਪਣੇ ਕੋਲ ਇਹ ਹੋਊਗਾ ਕਿ ਜਦੋਂ ਤੁਸੀਂ ਨੇ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਲੈ ਲਈ, ਤਾਂ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਆਟੋਮੈਟਿਕਲੀ ਖਤਮ ਹੋ ਜਾਂਦੀ ਹੈ, ਆਟੋਮੈਟਿਕਲੀ ਟਰਮੀਨੇਟ ਹੋ ਜਾਂਦੀ ਹੈ। ਤਾਂ ਟਰਮੀਨੇਸ਼ਨ ਮਤਲਬ ਕਿ ਜਦੋਂ ਕੋਈ ਪਰਸਨ ਐਕਵਾਇਰ ਕਰਦਾ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਨੂੰ, ਤਾਂ ਉਹਦੀ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਆਟੋਮੈਟਿਕਲੀ ਖਤਮ ਹੋ ਜਾਂਦੀ ਹੈ। ਇਹ ਹੈਗਾ ਜੀ ਟਰਮੀਨੇਸ਼ਨ। ਉਸ ਤੋਂ ਬਾਅਦ ਡੈਪਰੀਵੇਸ਼ਨ। ਡੈਪਰੀਵੇਸ਼ਨ ਮਤਲਬ ਕਿ ਜਦੋਂ ਕੰਪਲਸਰੀਲੀ ਜੋ ਗਵਰਨਮੈਂਟ ਆਫ ਇੰਡੀਆ ਹੈ ਉਹ ਕੰਪਲਸਰੀ ਔਰ ਆਪਣੇ ਕੋਲ ਪੱਕੇ ਤੌਰ 'ਤੇ ਕੀ ਕਰਦੀ ਹੈ, ਕਿਸੇ ਸਿਟੀਜ਼ਨ ਤੋਂ ਉਹਦੀ ਜਿਹੜੀ ਇੰਡੀਆ ਦੀ ਸਿਟੀਜ਼ਨਸ਼ਿਪ ਹੈ ਖੋਹ ਲੈਂਦੀ ਹੈ, ਉਹਨੂੰ ਖਤਮ ਕਰ ਦਿੰਦੀ ਹੈ। ਤਾਂ ਇਹ ਕਦੋਂ ਹੁੰਦਾ ਆ, ਜਦੋਂ ਕਿਸੇ ਨੇ ਕੋਈ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਫਰੋਡ ਦੇ ਬੇਸਿਸ 'ਤੇ ਲਈ ਹੋਵੇ। ਠੀਕ ਹੈ, ਜਾਂ ਉਹ ਡਿਸਲੋਇਲ ਹੋਵੇ ਸੰਵਿਧਾਨ ਨੂੰ। ਮੈਂ ਤੁਹਾਨੂੰ ਦੱਸਿਆ ਜੀ ਨਾ ਕਿ ਰਜਿਸਟ੍ਰੇਸ਼ਨ ਅਤੇ ਨੈਚੁਰੇਸ਼ਨ ਦੇ ਬੇਸਿਸ ਦੇ ਉੱਤੇ ਜਦੋਂ ਕੋਈ ਵੀ ਪਰਸਨ ਇੰਡੀਆ ਸਿਟੀਜ਼ਨਸ਼ਿਪ ਲੈਂਦਾ ਹੈ, ਤੁਹਾਨੂੰ ਸਹੁੰ ਚੁੱਕਣੀ ਪੈਂਦੀ ਹੈ ਕਿ ਅਸੀਂ ਵਫਾਦਾਰ ਰਹੂੰਗੀ। ਪਰ ਅਗਰ ਇੱਥੇ ਤੁਸੀਂ ਡਿਸਲੋਇਲ ਹੋ ਜਾਂਦੇ ਹੋ, ਠੀਕ ਹੈ, ਜਾਂ ਤੁਸੀਂ ਕੋਈ ਇੱਦਾਂ ਦੀ ਪ੍ਰੈਕਟਿਸ ਕਰਦੇ ਹੋ ਜੋ ਅਨਲਾਫੁਲ ਹੈ, ਜੋ ਆਪਣੇ ਕੋਲ ਸੰਵਿਧਾਨ ਦੇ ਵੀ ਖਿਲਾਫ ਹੈ, ਜੋ ਆਪਣੇ ਕੋਲ ਕਾਨੂੰਨ ਦੇ ਵੀ ਖਿਲਾਫ ਹੈ, ਔਰ ਜਦੋਂ ਵੀ ਲੜਾਈ ਲੱਗੀ ਹੋਈ ਹੈ, ਸਪੋਜ਼ ਕਰੋ ਇੰਡੀਆ ਦੀ ਕਿਸੇ ਕੰਟਰੀ ਨਾਲ ਲੜਾਈ ਲੱਗੀ ਹੋਈ ਹੈ। ਠੀਕ ਹੈ, ਤਾਂ ਜਿਸ ਕੰਟਰੀ ਦੇ ਨਾਲ ਲੜਾਈ ਲੱਗੀ ਹੋਈ ਹੈ, ਕੋਈ ਸਿਟੀਜ਼ਨ ਇੰਡੀਆ ਦਾ ਉਸ ਕੰਟਰੀ ਨੂੰ ਕਮਿਊਨੀਕੇਟ ਕਰ ਰਿਹਾ ਖੁਫੀਆ ਜਾਣਕਾਰੀ। ਠੀਕ ਹੈ, ਤਾਂ ਉਸ ਕੇਸ ਦੇ ਵਿੱਚ ਕੀ ਹੈ ਕਿ ਤੁਸੀਂ ਕਮਿਊਨੀਕੇਟ ਕਰ ਰਹੇ ਹੋ, ਅਨਲੌਫੁਲ ਐਕਟੀਵਿਟੀਜ਼ ਦੇ ਵਿੱਚ ਤੁਸੀਂ ਪਾਰਟੀਸਪੇਟ ਕਰ ਰਹੇ ਹੋ, ਇਸ ਕਰਕੇ ਤੁਹਾਡੀ ਜਿਹੜੀ ਸਿਟੀਜ਼ਨਸ਼ਿਪ ਉਹ ਖਤਮ ਕੀਤੀ ਜਾਊਗੀ। ਔਰ ਕਿ ਅਗਰ ਆਪਣੇ ਕੋਲ ਕਿਸੇ ਪਰਸਨ ਨੂੰ ਰਜਿਸਟ੍ਰੇਸ਼ਨ ਦੇ ਥਰੂ ਜਾਂ ਨੈਚੁਰੇਸ਼ਨ ਦੇ ਥਰੂ ਸਿਟੀਜ਼ਨਸ਼ਿਪ ਦਿੱਤੀ ਗਈ ਸੀ, ਬਟ ਸਿਟੀਜ਼ਨਸ਼ਿਪ ਐਕਵਾਇਰ ਕਰਨ ਤੋਂ 5 ਸਾਲ ਦੇ ਅੰਦਰ ਅੰਦਰ ਅਗਰ ਉਹਨੂੰ ਕਿਤੇ ਕਿਸੇ ਹੋਰ ਕੰਟਰੀ ਦੇ ਵਿੱਚ ਸਜ਼ਾ ਹੋ ਜਾਂਦੀ ਹੈ, ਠੀਕ ਹੈ, ਜੇਲ੍ਹ ਹੋ ਜਾਂਦੀ ਹੈ, ਕਿੰਨੇ ਸਾਲਾਂ ਲਈ, 2 ਸਾਲਾਂ ਲਈ, ਤਾਂ ਉਸ ਪਰਸਨ ਦੀ ਵੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਸਰਕਾਰ ਦੁਆਰਾ ਖਤਮ ਕੀਤੀ ਜਾਊਗੀ। ਤਾਂ ਇਹ ਜਿਹੜੇ ਕੇਸਿਸ ਹੈ ਇਹਨਾਂ ਵਿੱਚ ਲਿਖਿਆ ਹੋਇਆ ਹੈ ਕਿ ਕੋਈ ਵੀ ਪਰਸਨ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਕਦੋਂ ਖਤਮ ਕੀਤੀ ਜਾਊਗੀ। ਠੀਕ ਹੈ ਜੀ, ਤਾਂ ਗਵਰਨਮੈਂਟ ਆਫ ਇੰਡੀਆ ਖੁਦ ਉਹਨਾਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹਨੂੰ ਖਤਮ ਕਰ ਦੂਗੀ। ਤਾਂ ਹੁਣ ਤੱਕ ਅਸੀਂ ਪੜ੍ਹਿਆ ਜੀ ਸਿਟੀਜ਼ਨਸ਼ਿਪ ਦੇ ਬਾਰੇ, ਜਿਹਦੇ ਵਿੱਚ ਅਸੀਂ ਪੜ੍ਹੇ ਆ ਆਰਟੀਕਲ 5 to 11, ਜੋ ਕਿ ਡੀਲ ਕਰਦੇ ਆ ਕਿ 26 ਜਨਵਰੀ 1950 ਨੂੰ ਕੌਣ ਕੌਣ ਇੰਡੀਆ ਦਾ ਨਾਗਰਿਕ ਬਣਿਆ ਸੀ। ਠੀਕ ਹੈ ਜੀ, ਬਟ ਉਸ ਤੋਂ ਬਾਅਦ ਕਿਹੜੇ ਪਰਸਨ ਨਾਗਰਿਕ ਬਣਨਗੇ ਇੰਡੀਆ ਦੇ, ਠੀਕ ਹੈ, ਕਿਹੜੇ ਨਹੀਂ ਬਣਨਗੇ, ਕਿਹਨਾਂ ਤੋਂ ਖੋਈ ਜਾਊਗੀ, ਉਹਨਾਂ ਬਾਰੇ ਸਾਡੇ ਸੰਵਿਧਾਨ ਵਿੱਚ ਕੁਛ ਨਹੀਂ ਸੀ ਲਿਖਿਆ ਹੋਇਆ। ਉਹਦੇ ਲਈ ਜਿਹੜੀ ਪਾਵਰ ਹੈ ਉਹ ਦਿੱਤੀ ਗਈ ਹੈ ਸਾਡੀ ਪਾਰਲੀਮੈਂਟ ਨੂੰ। ਤਾਂ ਪਾਰਲੀਮੈਂਟ ਨੇ ਕਾਨੂੰਨ ਬਣਾਇਆ ਸੀ ਜਿਹਨੂੰ ਅਸੀਂ ਬੋਲਦੇ ਹਾਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 1955, ਜਿਹਦੇ ਵਿੱਚ ਦੱਸਿਆ ਗਏ ਆ 5 ਤਰੀਕੇ। ਠੀਕ ਹੈ, ਕਿੱਦਾਂ ਅਸੀਂ ਸਿਟੀਜ਼ਨਸ਼ਿਪ ਨੂੰ ਐਕਵਾਇਰ ਕਰ ਸਕਦੇ ਹਾਂ, ਜਾਂ ਕਿੱਦਾਂ ਜਿਹੜੀ ਸਾਡੀ ਸਿਟੀਜ਼ਨਸ਼ਿਪ ਆ ਉਹ ਖੋਈ ਜਾ ਸਕਦੀ ਹੈ। ਠੀਕ ਹੈ ਜੀ, ਹੁਣ ਜਿਹੜੀਆਂ ਵੀ ਨਿਊਜ਼ ਅਪਡੇਟਸ ਹੈ, ਠੀਕ ਹੈ, ਜਿੱਦਾਂ ਆਪਣੇ ਕੋਲ ਸਿਟੀਜ਼ਨਸ਼ਿਪ ਐਕਟ 1955 ਵਾਲਾ, ਉਹਦੇ ਵਿੱਚ ਹੀ ਅਮੈਂਡਮੈਂਟ ਕੀਤੀਆਂ ਗਈਆਂ 2016 ਦੇ ਵਿੱਚ। ਠੀਕ ਹੈ, ਤਾਂ ਉਹ 'ਚ ਕੀ ਪ੍ਰੋਵੀਜ਼ਨਸ ਐਡ ਕੀਤੀਆਂ ਗਈਆਂ ਜਾਂ ਕੀ ਡਿਡਕਟ ਕੀਤੀਆਂ ਗਈਆਂ। ਅਗਰ ਤੁਸੀਂ ਉਹਦੇ ਪਰ ਵੀ ਇੱਕ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਉਹਨੂੰ ਲਾਈਕ ਕਰਿਓ, ਜ਼ਿਆਦਾ ਤੋਂ ਜ਼ਿਆਦਾ ਚੈਨਲ ਸਬਸਕ੍ਰਾਈਬ ਕਰਿਓ ਅਤੇ ਸ਼ੇਅਰ ਕਰਿਓ ਵੀਡੀਓ ਉਹਨਾਂ ਬੱਚਿਆਂ ਦੇ ਵਿੱਚ ਜੋ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਹਾਂ। ਹੁਣ ਅਸੀਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ, ਕੀਪ ਲਰਨਿੰਗ।